ਕਥਾ ਕਰਨ ਲਈ ਆਏ ਇੱਕ ਜਥੇ ਵਿੱਚੋਂ 3 ਸੱਜਣ ਫਰਾਰ ਹੋ ਗਏ। ਜਿਹੜੀ ਇਹ ਕਬੂਤਰਬਾਜ਼ੀ ਚੱਲ ਰਹੀ ਹੈ ਤੇ ਇਸ ਨੇ ਸਾਨੂੰ ਕਿੰਨਾ ਕੁ ਨੁਕਸਾਨ ਪਹੁੰਚਾਇਆ ਹੈ। ਤੁਸੀਂ ਗੁਰਦੁਆਰੇ ਨੂੰ ਨਾ ਸ਼ੋਰੂਮ ਨਾ ਸਮਝੋ, ਹਾਂ, ਇਹਨੂੰ ਗੁਰੂ ਘਰ ਸਮਝੋ। ਪਰ ਕਈ ਵਾਰੀ ਨਾ ਪ੍ਰਬੰਧਕ ਕਹਿਣਗੇ ਵੀ ਅਸੀਂ ਗੁਰਦੁਆਰਾ ਚਲਾ ਰਹੇ ਹਾਂ ਜੀ। ਮੈਂ ਕਿਹਾ ਜੀ ਪਹਿਲਾਂ ਇਹ ਆਪਣੇ ਮਨ 'ਚ ਯਕੀਨ ਲੈ ਕੇ ਆਓ ਵੀ ਗੁਰੂ ਚਲਾ ਰਿਹਾ। ਸਟਿਗਮਾ ਬਹੁਤ ਹੈ, ਧੱਬਾ ਬਹੁਤ ਵੱਡਾ ਸਾਡੇ ਤੇ। ਇੱਕ ਆਪਣੀ ਨਾ ਆਪਾਂ ਹਿੰਦੀ 'ਚ ਇੱਕ ਕਹਾਵਤ ਆਮ ਹੀ ਸੁਣੀ ਹੈ ਵੀ ਅੰਧੋ ਮੈਂ ਕਾਣਾ ਰਾਜਾ। ਜਦੋਂ ਬੰਦੇ ਦੇ ਅੰਦਰ ਆਹ ਚੀਜ਼ ਪੈਦਾ ਹੁੰਦੀ ਹੈ ਨਾ, ਉਹ ਕਿਸੇ ਦੀ ਨਲਾਇਕੀ ਨੂੰ ਹੱਲਾਸ਼ੇਰੀ ਦੇ ਰਹੀ ਹੁੰਦੀ। ਡਾਕਟਰ ਦਲਜੀਤ ਸਿੰਘ ਜੀ ਨੂੰ ਸਾਡੇ ਸਟੂਡੀਓ 'ਚ ਪਹੁੰਚੇ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਰਿਸ਼ੀ ਜੀ, ਸੁਣਨ ਵਾਲਿਆਂ ਨੂੰ ਵੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮੱਚ। ਤੁਹਾਡਾ ਵੀ ਸ਼ੁਕਰਾਨਾ, ਤੁਸੀਂ ਯਾਦ ਕਰ ਲੈਂਦੇ ਹੋ ਤੇ ਆਪਾਂ ਫਿਰ ਸਾਰਿਆਂ ਦੇ ਰੂਬਰੂ ਹੋ ਕੇ ਗੱਲਬਾਤ ਕਰਦੇ ਹਾਂ। ਬਹੁਤ ਸ਼ੁਕਰੀਆ ਜੀ, ਧੰਨਵਾਦ। ਤੇ ਡਾਕਟਰ ਸਾਹਿਬ ਇੱਕ ਨਵੀਂ ਤਾਂ ਨਹੀਂ ਕਹਿ ਸਕਦੇ, ਸਮੱਸਿਆ ਤਾਂ ਪੁਰਾਣੀ ਹੈ ਪਰ ਨਵੀਂ ਬਾਹਰ ਆਈ ਹੈ। ਇੱਕ ਹੋਰ ਕਿ ਸਾਡੇ ਬਾਹਰ ਆਉਣ ਦਾ ਰੁਝਾਨ ਤਾਂ ਬੜਾ ਮਸ਼ਹੂਰ ਹੈ, ਬੜਾ ਚਰਚਾ ਦਾ ਹੈ ਔਰ ਬੜੇ ਲੋਕ ਵੱਖੋ ਵੱਖਰੇ ਢੰਗਾਂ ਰਾਹੀਂ ਆਉਂਦੇ ਨੇ। ਹਾਂਜੀ ਬਿਲਕੁਲ। ਤੇ ਪਿਛਲੇ ਦਿਨੀ ਸਾਡੇ ਆਪਣੇ ਸ਼ਹਿਰ 'ਚੋਂ ਖਬਰ ਆਈ, ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਨਾਲ ਸੰਬੰਧਿਤ ਖਬਰ ਸੀ। ਉੱਥੇ ਕਥਾ ਕਰਨ ਲਈ ਆਏ ਇੱਕ ਜਥੇ ਵਿੱਚੋਂ 3 ਸੱਜਣ ਫਰਾਰ ਹੋ ਗਏ। ਹਾਂਜੀ, ਉਹ ਕਵੀਸ਼ਰ ਜਥਾ ਸੀ ਜੀ। ਤੇ ਉਹਨਾਂ ਦੇ ਵਿੱਚੋਂ ਉਹ 3 ਜਣੇ ਚਲੇ ਗਏ। ਸੋ ਇਹ ਰੁਝਾਨ ਬੜੀ ਦੇਰ ਤੋਂ ਇਕੱਲੇ ਇੱਕੋ ਹੀ ਧਰਮ ਨਾਲ ਰਿਲੇਟਡ ਨਹੀਂ ਹੈ, ਕਿਸੇ ਇੱਕ ਖਿੱਤੇ ਨਾਲ ਸੰਬੰਧਿਤ ਨਹੀਂ ਹੈ। ਤੁਸੀਂ ਇਸ ਰੁਝਾਨ ਨੂੰ ਕਿਵੇਂ ਦੇਖਦੇ ਹੋ? ਇਹਨੂੰ ਜਿਵੇਂ ਤੁਸੀਂ ਜ਼ਿਕਰ ਕਰ ਹੀ ਦਿੱਤਾ ਆਰੰਭ ਦੇ ਵਿੱਚ ਵੀ ਇੱਕ ਤੇ ਰੁਝਾਨ ਦੇ ਰੂਪ ਦੇ ਵਿੱਚ ਹੈ, ਦੂਸਰਾ ਇਹ ਬੜੀ ਸੀਰੀਅਸ ਪ੍ਰੋਬਲਮ ਵੀ ਹੈ। ਜਦੋਂ ਕੋਈ ਬਿਮਾਰੀ ਹੋਵੇ ਜਾਂ ਅਸੀਂ ਕਹਿੰਦੇ ਹੁੰਦੇ ਵੀ ਕੋਈ ਪ੍ਰੋਬਲਮ ਆ, ਦੈਟ ਮੀਨਸ ਵੀ ਉਹਦੇ ਪਿੱਛੇ ਕੋਈ ਨਾ ਕੋਈ ਗਹਿਰੇ ਜਾਂ ਬੜੇ ਸੂਖਮ ਰੀਜ਼ਨਸ ਹੈਗੇ ਨੇ ਜਿਹਦੇ ਕਰਕੇ ਉਹ ਵਾਪਰਦਾ ਹੈ। ਇੱਕ ਜਦੋਂ ਇਹ ਖਾਸ ਤੌਰ 'ਤੇ ਪ੍ਰਚਾਰਕਾਂ ਦੇ ਵਿੱਚ ਹੋਵੇ, ਧਰਮ ਦੇ ਕਿਸੇ ਵੀ ਧਰਮ ਦੇ ਨਾਲ ਜੁੜੇ ਹੋਏ ਪ੍ਰਚਾਰਕ ਜਦੋਂ ਇਸ ਕਿਸਮ ਦਾ ਕੋਈ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਉਦਮ ਜਾਂ ਹਰਕਤ, ਤਾਂ ਉਹ ਬੜੀ ਸ਼ਰਮਨਾਕ ਮਹਿਸੂਸ ਹੁੰਦੀ ਹੈ ਕਮਿਊਨਿਟੀ ਵਾਸਤੇ ਵੀ, ਹੈ ਨਾ, ਅਤੇ ਉਸ ਫੀਲਡ ਦੇ ਵਾਸਤੇ ਵੀ। ਪਰ ਅਸੀਂ ਉਹਦੇ ਜਿਹੜੀ ਜਦੋਂ ਘਟਨਾ ਵਾਪਰਦੀ ਹੈ ਉਹਦੇ 'ਤੇ ਜ਼ਿਆਦਾ ਪ੍ਰਤੀਕਰਮ ਦਿੰਦੇ ਹੁੰਦੇ ਹਾਂ। ਉਹਦੀ ਬੈਕਗਰਾਊਂਡ 'ਚ ਘੱਟ ਝਾਕਦੇ ਹੁੰਦੇ ਹਾਂ ਵੀ ਰੀਜ਼ਨ ਕੀ ਹੈ। ਵੀ ਕੋਈ ਵੀ ਇਨਸਾਨ ਜਿਹੜਾ ਹੈ ਉਹ ਇੱਕ ਲੰਮੇ ਸਮੇਂ ਤੋਂ ਜਦੋਂ ਕਿਸੇ ਫੇਥ 'ਚ ਉਹ ਸੇਵਾ ਨਿਭਾਉਂਦਾ ਹੈ, ਉਹਦੇ 'ਚ ਯਕੀਨ ਕਰਦਾ ਹੈ, ਫਿਰ ਉਹ ਯਕਦਮ ਉਹਦੇ ਮਨ 'ਚ ਐਵੇਂ ਕਿਉਂ ਆਉਂਦਾ ਵੀ ਆਪਾਂ ਸਭ ਕੁਝ ਛੱਡ ਕੇ ਅਤੇ ਆਪਾਂ ਕੁਝ ਹੋਰ ਹੋ ਜਾਈਏ, ਹੈ ਨਾ। ਤਾਂ ਇਹਦਾ ਮਤਲਬ ਹੈ ਵੀ ਉਹ ਬੰਦਾ ਇੱਕ ਲੰਮੇ ਸਮੇਂ ਤੋਂ ਕਿਸੇ ਵੱਡੀ ਦੁਬਿਧਾ ਦੇ ਵਿੱਚ ਜੂਝ ਰਿਹਾ ਹੁੰਦਾ ਔਰ ਇੱਕ ਓਪਰਚੁਨਿਟੀ ਭਾਲ ਰਿਹਾ ਹੁੰਦਾ। ਹੁਣ ਉਸ ਓਪਰਚੁਨਿਟੀ ਨੂੰ ਕੌਣ ਕ੍ਰੀਏਟ ਕਰਦਾ, ਗੱਲ ਇਹ ਸੋਚਣ ਵਾਲੀ। ਦੂਸਰੀ ਜਿਹੜੀ ਧਿਆਨ 'ਚ ਰੱਖਣ ਵਾਲੀ ਹੈ ਵੀ ਮੰਨ ਲਓ ਕਿਸੇ ਦੀ ਇੱਛਾ ਤਾਂ ਹੈ ਵੀ ਮੈਂ ਐਵੇਂ ਕਰਨਾ ਹੈ, ਪਰ ਉਹਦੇ ਵਾਸਤੇ ਰਾਹ ਕੌਣ ਖੋਲ੍ਹਦਾ। ਜਦੋਂ ਰਾਹ ਖੁੱਲ੍ਹੇਗਾ, ਉਹਨੂੰ ਓਪਰਚੁਨਿਟੀ ਮਿਲੇਗੀ, ਯਕੀਨਨ ਉਹ ਉਵੇਂ ਦਾ ਐਫਰਟ ਕਰੇਗਾ ਹੀ ਕਰੇਗਾ। ਤਾਂ ਲਾਜ਼ਮੀ ਹੈ ਵੀ ਪਹਿਲਾਂ ਉਹਦੀ ਪਹਿਚਾਣ ਕੀਤੀ ਜਾਵੇ। ਜਦੋਂ ਅਸੀਂ ਸਿੱਖ ਧਰਮ ਦੀ ਹੀ ਗੱਲ ਕਰੀਏ ਵੀ ਇਹਦੇ ਵਿੱਚ ਪ੍ਰਚਾਰਕ ਜਿਹੜੇ ਨੇ ਉਹਦੇ ਵਿੱਚ ਕਥਾਵਾਚਕ ਨੇ, ਹੈ ਨਾ, ਰਾਗੀ ਨੇ, ਢਾਡੀ ਨੇ, ਕਵੀਸ਼ਰ ਨੇ ਅਤੇ ਗ੍ਰੰਥੀ ਸਿੰਘ ਨੇ ਜਿਹੜੇ ਗੁਰਦੁਆਰਾ ਸਾਹਿਬਾਨ ਜੀ ਦੇ ਵਿੱਚ ਆਪਣੀ ਭੂਮਿਕਾ ਅਦਾ ਕਰਦੇ ਨੇ, ਮਹਾਰਾਜ ਜੀ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ। ਹੁਣ ਇਹਦੇ 'ਚ ਬੜੀ ਸੂਖਮਤਾਈ ਨਾਲ ਜਿਹੜੇ ਸਾਡੇ ਵਿਦਵਾਨ ਸੱਜਣਾਂ ਨੇ ਜਦੋਂ ਝਾਤ ਮਾਰੀ ਅਤੇ ਉਹਨਾਂ ਨੇ ਉਹਦੇ 'ਚੋਂ ਤੱਤ ਕੱਢਿਆ। ਉਹਨਾਂ ਨੇ ਕਿਹਾ ਵੀ ਜਿਹੜਾ ਰਾਗੀ ਹੈ ਉਹ ਰਾਗ ਤੋਂ ਸੱਖਣਾ ਨਾ ਹੋਵੇ। ਕਥਾਕਾਰ ਜਿਹੜਾ ਉਹਦੇ ਕੋਲ ਅਨੁਭਵ ਹੋਵੇ, ਸ਼ਬਦ ਬੋਧ ਹੋਵੇ, ਹੈ ਨਾ, ਯੁਕਤੀ ਹੋਵੇ, ਦਲੀਲ ਹੋਵੇ ਗੱਲ ਨੂੰ ਕਰਨ ਦੀ। ਢਾਡੀ ਜਾਂ ਕਵੀਸ਼ਰ ਜਿਹੜਾ ਹੁੰਦਾ ਉਹਦੇ ਅੰਦਰ ਕਵੀ ਦੇ ਜਿਹੜੇ ਗੁਣ ਨੇ ਉਹ ਹੋਣੇ ਬਹੁਤ ਲਾਜ਼ਮੀ ਨੇ ਔਰ ਉਹਦੀ ਡੈਡੀਕੇਸ਼ਨ ਹੋਵੇ ਇਤਿਹਾਸ ਪ੍ਰਤੀ ਜੋ ਦੱਸਣਾ ਚਾਹੁੰਦਾ, ਹੈ ਨਾ। ਔਰ ਉਸ ਤੋਂ ਬਾਅਦ ਗ੍ਰੰਥੀ ਸਿੰਘ ਨੇ, ਉਹਨਾਂ ਦਾ ਇਹ ਹੈ ਵੀ ਉਹਦੇ ਪਿੱਛੇ ਇੱਕ ਵੱਡੀ ਸਾਡੇ ਕੋਲ ਬਹੁਤ ਵੱਡੇ ਸਾਡੇ ਬੈਕਗਰਾਊਂਡ ਆ ਔਰ ਉਹਨੂੰ ਉਸ ਰੂਪ ਦੇ ਵਿੱਚ ਉਹ ਸਾਡੀ ਰਿਸਪੋਂਸੀਬਿਲਿਟੀ ਦੇ ਰੂਪ ਦੇ ਵਿੱਚ ਸਾਨੂੰ ਸਮਝਣਾ ਚਾਹੀਦਾ ਵੀ ਅਸੀਂ ਉਸ ਰੁਤਬੇ ਦੀ ਮਰਿਆਦਾ ਨੂੰ ਵੀ ਕਾਇਮ ਰੱਖਣਾ ਹੈ ਅਤੇ ਅਸੀਂ ਉਹਦੇ 'ਤੇ ਆਪਣੇ ਜਿੰਨੇ ਜੋਗੇ ਹੈ ਅਸੀਂ ਉਹਨੂੰ ਨਿਭਾਉਣ ਦੀ ਵੀ ਕੋਸ਼ਿਸ਼ ਕਰਨੀ ਹੈ। ਤਾਂ ਜੇ ਉਹਨਾਂ ਦੇ ਵਿੱਚ ਉਹ ਗੁਣ ਹੈ ਹੀ ਨਹੀਂ ਜਾਂ ਬਹੁਤ ਮਾਈਨਰ ਨੇ, ਮੰਨ ਲਓ ਰਾਗੀ ਰਾਗ ਤੋਂ ਸੱਖਣਾ ਹੈ, ਤਾਂ ਉਹਨੂੰ ਤੁਸੀਂ ਐਜ਼ ਰਾਗੀ ਆਈਡੈਂਟੀਫਾਈ ਕਰਦੇ ਹੋ ਜਾਂ ਉਹਨੂੰ ਤੁਸੀਂ ਅਪਰੋਚ ਕਰਦੇ ਹੋ ਉਹਨਾਂ ਗੁਣਾਂ ਤੋਂ ਸੱਖਣਾ, ਦੈਟ ਮੀਨਸ ਵੀ ਤੁਸੀਂ ਉਹਦੇ ਵਾਸਤੇ ਕੋਈ ਰਾਹ ਖੋਲ੍ਹ ਰਹੇ ਹੋ ਜਿਹਦੇ ਨਾਲ ਉਹ ਕੁਝ ਵੀ ਗਲਤ ਕਰਨ ਦੀ ਉਹਦੇ ਵਿੱਚ ਸੰਭਾਵਨਾ ਬਣ ਜਾਂਦੀ ਹੈ। ਦੂਸਰਾ ਇਹਦੇ ਵਿੱਚ ਇਹ ਆ ਵੀ ਜਦੋਂ ਇਸ ਚੀਜ਼ ਨੂੰ ਅਸੀਂ
ਗਹਿਰਾਈ ਨਾਲ ਵਿਚਾਰਦੇ ਹਾਂ ਤਾਂ ਪਹਿਲੀ ਗੱਲ ਵੀ ਸਾਨੂੰ ਕੋਈ ਪਹਿਚਾਣਦਾ ਨਹੀਂ, ਵੀ ਸਾਡੇ 'ਚ ਪਹਿਚਾਣ ਨਹੀਂ ਹੈਗੀ ਗੁਣਾਂ ਦੀ। ਦੂਸਰਾ, ਉਹਨਾਂ ਦੇ ਕੋਲ ਗੁਣ ਕੋਈ ਹੁੰਦਾ ਹੀ ਨਹੀਂ ਵੀ ਉਸ ਲੈਵਲ ਦਾ। ਜਦੋਂ ਗੁਣ ਹੋਊਗਾ ਤਾਂ ਬੰਦਾ ਉਸ ਗੁਣ ਦੀ ਕਮਾਈ ਕਰਦਾ। ਗੁਣ ਇੱਕ ਕਿਸਮ ਦਾ ਨਾ ਮਨੁੱਖ ਦੇ ਕੋਲ ਖਜ਼ਾਨੇ ਰੂਪ ਦੇ ਵਿੱਚ ਹੁੰਦਾ, ਜਿਵੇਂ ਕੋਈ ਬਹੁਤ ਕੀਮਤੀ ਚੀਜ਼ ਹੋਵੇ। ਜਿਵੇਂ ਇਨਸਾਨ ਕੋਲ ਇਨਸਾਨੀਅਤ ਹੁੰਦੀ ਹੈ। ਸ਼ੇਖ ਸਾਦੀ ਸਾਹਿਬ ਨੇ ਬੜੀ ਕਮਾਲ ਦੀ ਗੱਲ ਲਿਖੀ, ਉਹ ਸੇਂਟ ਪੋਇਟ ਨੇ, ਹੈ ਨਾ। ਅਸੀਂ ਸਾਰੇ ਜਾਣਦੇ ਵੀ ਬੜੇ ਸੂਫੀਆਨਾ ਅੰਦਾਜ਼ ਦੇ ਵਿੱਚ ਉਹਨਾਂ ਦੀ ਬੜਾ ਸਹਿਜ ਅਨੁਭਵ ਆ। ਉਹ ਕਹਿੰਦੇ ਵੀ ਇਨਸਾਨ ਜਿਹੜਾ ਨਾ, ਉਹਦੇ ਅੰਦਰ ਇਨਸਾਨੀਅਤ ਦਾ ਤੱਤ ਝਲਕਣਾ ਚਾਹੀਦਾ ਹੈ, ਵੀ ਜੇ ਹੈ ਤਾਂ ਕੁਝ ਦਿਸਣਾ ਚਾਹੀਦਾ। ਜਿਵੇਂ ਚੰਦਨ ਦਾ ਦਰਖਤ ਹੈ, ਜੇ ਉਹਦੀ ਆਇਡੈਂਟੀਟੀ ਚੰਦਨ ਦੇ ਰੂਪ ਦੇ ਵਿੱਚ ਹੈ ਤੇ ਉਹਦੇ 'ਚ ਖੁਸ਼ਬੂ ਦਾ ਹੋਣਾ ਲਾਜ਼ਮੀ ਹੈ। ਜੇ ਖੁਸ਼ਬੂ ਨਹੀਂ ਤਾਂ ਫਿਰ ਉਹਦਾ ਚੰਦਨ ਹੋਣ ਦੀ ਜਿਹੜੀ ਆਇਡੈਂਟੀਟੀ ਆ ਉਹਨੂੰ ਮਾਨਤਾ ਮਿਲਦੀ ਨਹੀਂ, ਹੈ ਨਾ। ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸਤ, ਇਨਸਾਨ ਹੈ ਤੇ ਇਨਸਾਨੀਅਤ ਚਾਹੀਦੀ ਹੈ। ਤਾਂ ਦੈਟ ਮੀਨਸ ਵੀ ਜੇ ਤੂੰ ਗੁਰੂ ਦੇ ਡੈਡੀਕੇਸ਼ਨ ਕਰਕੇ ਹੀ, ਗੁਰੂ ਦੇ ਕਰਕੇ ਹੀ ਆਪਣੀ ਉਹ ਆਇਡੈਂਟੀਟੀ ਬਣਦੀ ਹੈ ਔਰ ਅਸੀਂ ਕਿਤੇ ਜਾ ਕੇ ਸਰਵ ਕਰਦੇ ਹਾਂ, ਅਸੀਂ ਉਹਨੂੰ ਹੀ ਤਿਆਗ ਦਿੰਦੇ ਹਾਂ, ਤਾਂ ਫਿਰ ਸਾਡੇ ਅੰਦਰ ਸਮਝੋ ਵੀ ਇਨਸਾਨੀਅਤ ਦਾ ਤਾਂ ਕੋਈ ਤੱਤ ਮੌਜੂਦ ਹੈ ਨਹੀਂ। ਊਦ ਗਰ ਬੂ ਨਾਬਾਸ਼ਦ ਹੈਜ਼ਮ ਅਸਤ। ਉਹ ਕਹਿੰਦੇ ਨੇ ਵੀ ਜੇ ਚੰਦਨ ਦੇ ਦਰਖਤ ਦੇ ਵਿੱਚ ਖੁਸ਼ਬੂ ਹੀ ਨਹੀਂ ਹੈਗੀ, ਫਿਰ ਉਹਨੂੰ ਚੰਦਨ ਆਖਣ ਦੀ ਲੋੜ ਵੀ ਕੀ ਹੈ ਜੀ। ਤਾਂ ਦੈਟ ਮੀਨਸ ਵੀ ਉਹਦੇ ਵਿੱਚੋਂ ਕੁਝ ਝਲਕਣਾ ਚਾਹੀਦਾ ਜੋ ਉਹਦੇ ਵਰਗਾ ਹੋਵੇ। ਇੱਕ ਡਾਕਟਰ ਮੁਹੰਮਦ ਇਕਬਾਲ ਦਾ ਸ਼ੇਅਰ ਆ, ਉਹਨੇ ਬੜੀ ਕਮਾਲ ਦੀ ਗੱਲ ਉਹਨਾਂ ਨੇ ਲਿਖੀ। ਜਿਹੜਾ ਅਧਿਆਤਮਿਕ ਚਿੰਤਨ ਪੂਰਬ ਦਾ, ਜਿਹੜਾ ਅਧਿਆਤਮਿਕ ਚਿੰਤਨ ਪੱਛਚਿਮ ਦਾ। ਜਿਵੇਂ ਅਸੀਂ ਗੱਲ ਕਰ, ਇਹ ਜੁੜੀ ਸਾਰੀ ਅਧਿਆਤਮਿਕ ਜੀਵਨ ਦੇ ਨਾਲ, ਧਰਮ ਦੇ ਨਾਲ, ਉਹਦੇ ਫੇਥ ਦੇ ਨਾਲ ਹੋਈਆਂ ਗੱਲਾਂ ਨੇ। ਮਨੁੱਖ ਦੇ ਅੰਦਰ ਗਿਰਾਵਟ ਕਦੋਂ ਆ ਜਾਂਦੀ ਹੈ, ਵੀ ਉਹ ਕਦੋਂ ਇਹਨੂੰ ਬਿਲਕੁਲ ਇੱਕ ਕਿਨਾਰੇ ਕਰਕੇ ਕਿਸੇ ਦੂਸਰੇ ਰਾਹ ਦੇ ਉੱਤੇ ਤੁਰ ਪੈਂਦਾ, ਹੈ ਨਾ। ਉਹ ਕਹਿੰਦੇ ਨੇ ਵੀ ਉਹਨਾਂ ਨੇ ਜਿਹੜੀ ਮੁਹੰਮਦ ਇਕਬਾਲ ਹੋਰਾਂ ਨੇ ਗੱਲ ਲਿਖੀ, ਉਹਦੇ 'ਚੋਂ ਕਹਿੰਦੇ ਨੇ ਵੀ ਬਹੁਤ ਦੇਖੇ ਹੈ ਮੈਨੇ ਮਸ਼ਰਕ ਔਰ ਮਗਰਬ ਕੇ ਮੈਂ ਖਾਨੇ, यहाँ साकी नहीं मिलता वहाँ बेज़ौक है मैं खाना। ਉਹ ਕਹਿੰਦੇ ਵੀ ਮੈਂ ਪੂਰਬ ਤੇ ਪੱਛਮ ਦੇ, ਉਹ ਹੁਣ ਇੱਥੇ ਧਾਰਮਿਕ ਸਥਾਨਾਂ ਦੀ ਗੱਲ ਕਰਨ ਦਿਆ, ਉਹਨੂੰ ਮੈਂ ਖਾਨੇ ਕਹਿੰਦੇ ਨੇ। ਇਹ ਸ਼ਾਇਰ ਦਾ ਇੱਕ ਅੰਦਾਜ਼ ਹੁੰਦਾ ਗੱਲ, ਸੂਫੀਆਨਾ ਅੰਦਾਜ਼। ਉਹ ਕਹਿੰਦੇ ਨੇ ਵੀ ਹੁਣ ਪੂਰਬ ਦੇ ਵਿੱਚ ਪ੍ਰੋਬਲਮ ਕੀ ਹੈ, यहाँ ਸਾਕੀ ਨਹੀਂ ਮਿਲਤਾ, ਵੀ ਪਿਆਨ ਵਾਲੇ ਜੀ ਪ੍ਰਚਾਰਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਨਾ, ਵਹਾਂ ਬੇਜ਼ੌਕ ਹੈ ਮੈਂ ਖਾਨਾ, ਵੀ ਉੱਥੇ ਮੈਂ ਖਾਨੇ ਤੇ ਹੈਗੇ ਨੇ ਪਰ ਉਹ ਉਸ ਅਧਿਆਤਮਿਕ ਚੇਤਨਾ ਤੋਂ ਸੱਖਣੇ ਨੇ, ਮਤਲਬ ਉੱਥੋਂ ਲੋਕਾਂ ਦਾ ਇੰਟਰਸਟ ਨਹੀਂ ਹੈਗਾ ਉਹਦੇ 'ਚ। ਇੱਥੇ ਉਹਨੂੰ ਜਿਹੜਾ ਸਰਵ ਕਰਨ ਦੀ ਉਹਨਾਂ ਦਾ ਅਦਬ ਆ, ਉਹ ਬਹੁਤ ਹਾਇਰ ਲੈਵਲ ਦਾ ਹੈ। ਪਰ ਉਹ ਜਿਹੜੀ ਚੀਜ਼ ਨੂੰ ਸਰਵ ਕਰਨਾ ਚਾਹੁੰਦੇ ਨੇ, ਉਹਦੇ ਵਿੱਚ ਉਨੀ ਵੱਡੀ ਤਾਤਵਿਕਤਾ ਨਹੀਂ ਜਿੰਨੀ ਉਹ ਪੂਰਬ ਦੀ ਮੰਨਦਾ ਹੈ। ਤੋ ਜਿਹੜੇ ਸਾਡੇ ਪ੍ਰਚਾਰਕ ਜਿਹੜਾ ਫੀਲਡ ਆ, ਉਹਦੇ ਵਿੱਚ ਇਹਦਾ ਮਤਲਬ ਇਹ ਹੋਇਆ ਵੀ ਉਹਨਾਂ ਨੂੰ ਮੈਂ ਦੀ ਕੋਈ ਸਮਝ ਹੀ ਨਹੀਂ ਆਈ ਜੀ, ਮੈਂ ਖਾਨੇ ਦਾ ਕੁਝ ਪਤਾ ਹੀ ਨਹੀਂ ਲੱਗਿਆ, ਹੈ ਨਾ, ਵੀ ਅੰਦਰ ਕੋਈ ਉਹਦੀ ਜਾਗ ਹੀ ਨਹੀਂ। ਜਦੋਂ ਤੁਹਾਨੂੰ ਉਹਦੀ ਕੀਮਤ ਪਤਾ ਲੱਗੇ, ਫਿਰ ਤੁਸੀਂ ਉਹਦੇ ਤੋਂ ਭੱਜੋਗੇ ਵੀ ਕਿਉਂ। ਔਰ ਦੂਸਰੀ ਗੱਲ, ਇਹ ਜਿਹੜੀ ਜਿੱਥੋਂ ਆਰੰਭ ਸੀ ਵੀ ਇਹਦੇ ਪਿੱਛੇ ਰੀਜ਼ਨ ਸਿਰਫ ਉਹਨਾਂ ਦਾ ਇਹ ਨਹੀਂ ਵੀ ਉਹਨਾਂ ਨੂੰ ਮੈਂ ਖਾਨੇ ਦੀ ਸੂਝ ਨਹੀਂ ਹੁੰਦੀ ਜਾਂ ਉਹਦੇ ਵਿੱਚ ਤਾਤਵਿਕਤਾ ਦਾ ਬਹੁਤ ਅਭਾਵ ਆ। ਹਕੀਕਤ ਦੇ ਵਿੱਚ ਉਹਨਾਂ ਦੇ ਪਿੱਛੇ ਦੂਸਰੇ ਰੀਜ਼ਨਸ ਇਹ ਵੀ ਕੰਮ ਕਰ ਰਹੇ ਹੁੰਦੇ ਨੇ ਵੀ ਇੱਕ ਮਾਇਆ ਵੀ ਹੈ, ਇੱਕ ਇੱਥੋਂ ਦੀ ਜਿਹੜੀ ਚਕਾਚੌਂਧ ਆ, ਦੂਸਰਾ ਉਹਨਾਂ ਨੂੰ ਕੋਈ ਗਾਈਡ ਵੀ ਕਰ ਰਿਹਾ ਹੁੰਦਾ। ਜੇ ਤੁਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ 'ਚ ਜਾਓ, ਉੱਥੋਂ ਬੱਸ ਫੜਨੀ ਹੋਏ, ਆਪਾਂ ਨੂੰ ਆਮ ਹੀ ਪਤਾ ਹੈ ਵੀ ਉਹ ਬੰਦੇ ਨੂੰ ਮੁਸ਼ਕਿਲ ਹੋ ਜਾਂਦੀ ਵੀ ਕਿੱਧਰ ਨੂੰ ਜਾਣਾ। ਅਤੇ ਜਦੋਂ ਤੁਸੀਂ ਦੂਸਰੇ ਕੰਟਰੀ 'ਚ ਜਾ ਕੇ ਕੋਈ ਆਪਣਾ ਥਾਂ ਟਿਕਾਣਾ ਲੱਭਦੇ ਹੋ, ਦੈਟ ਮੀਨਸ ਵੀ ਕੋਈ ਤੁਹਾਨੂੰ ਗਾਈਡ ਵੀ ਕਰ ਰਿਹਾ ਨਾ। ਤਾਂ ਹੋ ਸਕਦਾ ਵੀ ਉਹੀ ਉਹਨਾਂ ਲੋਕਾਂ ਦੇ ਵਿੱਚੋਂ ਹੀ ਹੁੰਦੇ ਨੇ ਬਹੁਤੀ ਵਾਰੀ, ਅਤੇ ਜਿਹੜੇ ਬੰਦੇ ਤੁਹਾਨੂੰ ਸਪੋਂਸਰ ਵੀ ਕਰਦੇ ਨੇ, ਵੀ ਉਹ ਤੁਹਾਨੂੰ ਰਾਹ ਹੀ ਉਹ ਦੱਸਦੇ ਹੁੰਦੇ ਨੇ ਵੀ ਤੁਸੀਂ ਇੱਧਰ ਨੂੰ ਆਓ। ਤਾਂ ਬੇਸਿਕਲੀ ਰਿਸ਼ੀ ਸਰ, ਇਸ ਮੁੱਦੇ 'ਤੇ ਅਸੀਂ ਜਿੰਨੀ ਸੀਰੀਅਸਨੈਸ ਦੇ ਵਿੱਚ ਜਾਂਦੇ ਹਾਂ, ਉਹਦੇ 'ਚ ਇਹ ਸੋਚਣ ਵਾਲੀ ਗੱਲ ਹੁੰਦੀ ਹੈ ਵੀ ਪਹਿਲਾਂ ਤਾਂ ਜਿਨ੍ਹਾਂ ਨੇ ਉਹਨਾਂ ਨੂੰ ਸੱਦਣਾ ਹੁੰਦਾ, ਉਹ ਉਹਦੇ ਗੁਣਾਤਮਕ ਵੰਨਗੀ ਨੂੰ ਜ਼ਰੂਰ ਪਰਖਣ, ਦੇਖਣ, ਜਿਹਦੀ ਘਾਟ ਸਿੱਖੀਜ਼ਮ ਦੇ ਵਿੱਚ ਖਾਸ ਤੌਰ ਤੇ, ਕਿਉਂਕਿ ਆਪਾਂ ਸਿੱਖ ਧਰਮ ਦੇ ਨਾਲ ਜੁੜੇ ਹਾਂ, ਬਹੁਤ ਜ਼ਿਆਦਾ ਹੈ। ਮਸਕੀਨ ਜੀ ਨੇ ਇਹਨੂੰ ਆਪਣੀ 40 ਸਾਲ ਦੇ ਪ੍ਰਚਾਰਕ ਤਜਰਬੇ ਦੇ ਵਿੱਚ 95% ਦੱਸਿਆ ਜੀ, ਵੀ 95% ਦੀ ਇਹ ਪ੍ਰੋਬਲਮ ਆ। ਜਦੋਂ ਮੈਂ ਉਹਨਾਂ ਨੂੰ ਪੜ੍ਹਦਾ ਪਿਆ ਸੀ ਜਾਂ ਕੁਝ ਦਿਨਾਂ ਤੋਂ ਵਿਚਾਰਦਾ ਸੀ, ਤੇ ਮੇਰੇ ਮਨ 'ਚ ਆਇਆ ਵੀ ਇਹ 95 ਨਹੀਂ, ਇਹ 99% ਆ। ਕਿਉਂਕਿ 20 ਸਾਲ ਤੋਂ ਤਾਂ ਮੈਂ ਵੀ ਇਸ ਫੀਲਡ ਦੇ ਵਿੱਚ ਵਿਚਰ ਰਿਹਾ, ਵੀ ਪੜ੍ਹਾਈ ਵੀ ਕੀਤੀ, ਹੈ ਨਾ, ਅਤੇ ਉਹਨਾਂ ਦੇ ਨਾਲ ਸੰਪਰਕ 'ਚ। ਤਾਂ ਮੈਨੂੰ ਲੱਗਿਆ ਵੀ ਉਹ 99% ਆ। ਮਸਕੀਨ ਜੀ ਨੇ 5% ਦੇ ਵਿੱਚ ਉਹ ਲੋਕ ਰੱਖੇ ਵੀ ਜਿਨ੍ਹਾਂ ਦੇ ਪੂਰਬਲੇ ਸੰਸਕਾਰ ਨੇ, ਜਾਂ ਉਹਨਾਂ ਦਾ ਗੁਰੂ ਨਾਲ ਪਿਆਰ ਆ, ਜਾਂ ਉਹਨਾਂ ਦਾ ਸ਼ੌਂਕ ਆ ਉਸ ਫੀਲਡ ਦਾ।
ਮੈਨੂੰ ਲੱਗਿਆ ਵੀ ਉਹ 5 ਦੇ ਵਿੱਚੋਂ ਵੀ ਸਿਰਫ 1% ਨੇ ਜਿਨ੍ਹਾਂ ਦਾ ਸ਼ੌਂਕ ਆ ਜਾਂ ਉਹਨਾਂ ਦਾ ਪੂਰਬਲੇ ਸੰਸਕਾਰ ਨੇ ਜਾਂ ਉਹਨਾਂ ਨੂੰ ਗੁਰੂ ਨਾਲ ਪਿਆਰ ਆ। ਬਾਕੀ ਸਾਰੇ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਂ ਸਾਡੀ ਉੱਥੇ ਮਾਇਆਵੀ ਇੰਟੈਂਸ਼ਨ ਆ ਜਾਂ ਪ੍ਰੋਫੈਸ਼ਨਲ ਆ। ਇਹਦੇ 'ਚ ਹੁਣ ਜ਼ਿਆਦਾਤਰ 99% ਹੀ ਤੁਸੀਂ ਮੰਨ ਕੇ ਚਲੋ ਵੀ ਪ੍ਰੋਫੈਸ਼ਨਲਿਜ਼ਮ ਇਹਦੇ 'ਚ ਵੀ ਹੈਗਾ। ਵੀ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਆਪ ਹੀ ਜਾਣਦੇ ਹੋ ਵੀ ਪ੍ਰੋਫੈਸ਼ਨ ਨੂੰ ਕਿਸੇ ਵੀ ਸਮੇਂ ਤੁਸੀਂ ਬਦਲ ਸਕਦੇ ਹੁੰਦੇ ਹੋ, ਕੋਈ ਵੀ ਦੂਜੀ ਦਿਸ਼ਾ ਲੈ ਸਕਦੇ ਹੋ। ਜਦੋਂ ਕੋਈ ਜਿਹੜਾ ਤੁਹਾਡਾ ਪ੍ਰੋਫੈਸ਼ਨ ਆ ਉਹ ਤੁਹਾਡੀ ਜ਼ਿੰਦਗੀ ਦੇ ਨਾਲ ਕੋਈ ਸਾਂਝ ਰੱਖਦਾ ਜਾਂ ਤੁਹਾਡੀ ਆਤਮਿਕ ਚੇਤਨਾ ਦੇ ਨਾਲ ਜਾਂ ਤੁਹਾਡੀ ਅੰਦਰ ਦੀ ਜਿਹੜੀ ਐਕਸਪੀਰੀਐਂਸਿਸ ਨੇ, ਉਦੋਂ ਮਨੁੱਖ ਉਹਨੂੰ ਤਿਆਗ ਨਹੀਂ ਸਕਦਾ ਹੁੰਦਾ, ਨਾ ਹੀ ਤਿਆਗਦਾ, ਭਾਵੇਂ ਉਹਦੇ ਕੋਲ ਕੁਝ ਬਚੇ ਨਾ ਬਚੇ, ਨਾ ਉਹਨੂੰ ਅੱਗੇ ਰਾਹ ਦਿਸੇ ਨਾ ਦਿਸੇ, ਹੈ ਨਾ। ਤਾਂ ਐਵੇਂ ਕਰਦਾ ਨਹੀਂ ਹੁੰਦਾ। ਤਾਂ ਜੇ ਉਹ ਕਰਦਾ ਇਹਦਾ ਮਤਲਬ ਵੀ ਉਹਦਾ ਪਹਿਲਾਂ ਤੋਂ ਹੀ ਉਹਦੇ ਵਿੱਚ ਕੋਈ ਵੱਡਾ ਯਕੀਨ ਹੈ ਹੀ ਨਹੀਂ। ਜੀ ਜੀ, ਬਿਲਕੁਲ ਠੀਕ ਹੈ। ਅਤੇ ਡਾਕਟਰ ਸਾਹਿਬ ਤੁਸੀਂ ਬੜੀ ਡਿਟੇਲ ਦੇ ਵਿੱਚ ਉਸਦੇ ਇੱਧਰਲੇ ਸਾਰੇ ਕਾਰਨ ਜਿਹੜੇ ਆ ਉਹਦੇ ਨਾਲ ਸਾਨੂੰ ਜਾਣੂ ਕਰਵਾਇਆ। ਅਗਲੀ ਗੱਲ ਇਹ ਹੈ ਕਿ ਸਾਡਾ ਭਾਈਚਾਰਾ, ਜੇ ਅਸੀਂ ਸਿੱਖ ਕਮਿਊਨਿਟੀ ਦੀ ਗੱਲ ਕਰੀਏ, ਅਸੀਂ ਵਿਜ਼ੀਬਲ ਮਾਈਨੋਰਿਟੀ ਹਾਂ, ਅਸੀਂ ਦੂਰੋਂ ਨਜ਼ਰ ਆ ਜਾਂਦੇ ਹਾਂ। ਹਾਂਜੀ ਹਾਂਜੀ, ਬਿਲਕੁਲ। ਸਾਡੀ ਪੱਗ ਬੰਨੀ ਦੂਰੋਂ ਦਿਸਦੀ ਹੈ। ਅਤੇ ਉਸ ਭਾਈਚਾਰੇ ਵਿੱਚ ਜਦੋਂ ਮਾੜੀ ਮੋਟੀ ਵੀ ਗੱਲ ਨੀਵੇਂ ਪਾਸੇ ਨੂੰ ਜਾਂਦੀ ਕਦੇ ਨਜ਼ਰ ਆਉਂਦੀ ਹੈ ਤਾਂ ਉਹਦੀ ਚਰਚਾ ਬੜੀ ਹੁੰਦੀ ਹੈ, ਸਟਿਗਮਾ ਬਹੁਤ ਹੈ, ਧੱਬਾ ਬਹੁਤ ਵੱਡਾ ਸਾਡੇ 'ਤੇ। ਇਹ ਹੋਣਾ ਸੁਭਾਵਿਕ ਵੀ ਹੈ। ਜਦੋਂ ਕੋਈ ਵੱਡੀ ਆਇਡੈਂਟੀਟੀ ਹੋਵੇ ਕਿਸੇ ਚੀਜ਼ ਦੀ, ਉਹਦੇ ਵਿੱਚ ਸਮਾਜ ਜਿਹੜਾ ਉਹ ਹਮੇਸ਼ਾ ਹੀ ਊਨਤਾ ਹੀ ਲੱਭ ਰਿਹਾ ਹੁੰਦਾ ਉਹਨੂੰ ਦਾਗਦਾਰ ਕਰਨ ਵਾਸਤੇ, ਵੀ ਉਹ ਤਾਂ ਕਿ ਉਹਨੂੰ ਛੋਟਾ ਕੀਤਾ ਜਾ ਸਕੇ। ਪਰ ਹਕੀਕਤ ਹਮੇਸ਼ਾ ਵੱਡੀ ਹੀ ਰਹਿੰਦੀ, ਉਹ ਕਦੀ ਛੋਟੀ ਨਹੀਂ ਹੁੰਦੀ। ਜੇ ਮੰਨ ਲਓ ਕਿਸੇ ਬਹੁਤੇ ਲੋਕ ਵੀ ਜੇ ਉਹਦੇ ਅਗੇਂਸਟ ਵੀ ਹੋ ਜਾਣ ਜਾਂ ਬਾਗੀ ਵੀ ਹੋ ਜਾਣ, ਜਿਵੇਂ ਹੁਣ ਕਿਹਾ ਵੀ ਕਈ ਵਾਰੀ ਪ੍ਰਚਾਰਕ ਵੀ ਹੋ ਜਾਂਦੇ ਨੇ, ਭੱਜੇ ਜਾਂਦੇ ਨੇ, ਚਲੇ ਜਾਂਦੇ ਨੇ, ਤਾਂ ਉਹਦੇ ਨਾਲ ਨਾ ਤੇ ਸਿੱਖੀਜ਼ਮ ਛੋਟਾ ਹੋ ਜਾਂਦਾ, ਨਾ ਗੁਰੂ ਦਾ ਸ਼ਬਦ ਛੋਟਾ ਹੁੰਦਾ, ਨਾ ਹੀ ਕਮਾਈ ਵਾਲੇ ਪੁਰਖਾਂ ਦੀ ਕੋਈ ਉਹਦੇ ਵਿੱਚ ਘਾਟ ਆਉਂਦੀ ਹੁੰਦੀ ਆ। ਉਹ ਆਪਣੇ ਲੈਵਲ 'ਤੇ ਉਸ ਤਰ੍ਹਾਂ ਹੀ ਰਹਿੰਦੇ ਆ। ਪਰ ਹਾਂ, ਇਹ ਥੋੜ੍ਹੇ ਸਮੇਂ ਵਾਸਤੇ ਉਹ ਲੋਕਾਂ ਦੇ ਮਨਾਂ ਦੇ ਵਿੱਚ ਉਹਦਾ ਇੱਕ ਕਿਸਮ ਦਾ ਸ਼ੱਕ ਪੈਦਾ ਕਰਦੀ ਹੈ, ਛੋਟਾਪਨ ਪੈਦਾ ਕਰ ਦਿੰਦੀ ਹੁੰਦੀ ਹੈ ਉਹ ਗੱਲ। ਪਰ ਇਹ ਜਿਵੇਂ ਆਪਾਂ ਪਹਿਲਾਂ ਆਰੰਭ 'ਚ ਗੱਲ ਕੀਤੀ ਸੀ ਵੀ ਇਹਦਾ ਸਿਰਫ ਸਾਨੂੰ ਬਲੇਮ ਪ੍ਰਚਾਰਕਾਂ ਨੂੰ ਹੀ ਨਹੀਂ ਕਰਨਾ ਚਾਹੀਦਾ, ਉਹਦੇ ਪਿੱਛੇ ਰੀਜ਼ਨਸ ਨੂੰ ਲੱਭਣਾ ਬਹੁਤ ਲਾਜ਼ਮੀ ਹੈ। ਜਦੋਂ ਅਸੀਂ ਲੱਭਾਂਗੇ, ਅਸੀਂ ਉਹਦਾ ਸੋਲਿਊਸ਼ਨ ਲੱਭਾਂਗੇ, ਆਪਣੇ ਆਪ ਉਹਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਆ ਵੀ ਸੁਧਾਰ ਆ ਸਕਦਾ ਹੁੰਦਾ। ਔਰ ਇੱਥੇ ਬਹੁਤ ਵੱਡੀ ਓਪਰਚੁਨਿਟੀ ਆ ਵੀ ਇੱਥੇ ਉਹਨੂੰ ਕੀਤਾ ਜਾ ਸਕਦਾ, ਕਿਉਂਕਿ ਤੁਸੀਂ ਇੱਕ ਆਜ਼ਾਦ ਕਿਸਮ ਦੀ ਕਮਿਊਨਿਟੀ ਦੇ ਵਿੱਚ ਵੱਸਦੇ ਹੋ। ਇੱਥੇ ਤੁਹਾਡੇ ਕੋਲ ਬਹੁਤ ਸਾਰੇ ਅਧਿਕਾਰ ਨੇ। ਦੂਸਰਾ, ਜਿਹੜੇ ਐਵੇਂ ਲੋਕ ਬਾਗੀ ਹੁੰਦੇ ਆ, ਉਹ ਫਿਰ ਉਸ ਧਰਮ ਦੇ ਵਿੱਚ ਤੇ ਫਿਰ ਰਹਿ ਵੀ ਨਹੀਂ ਸਕਦੇ ਹੁੰਦੇ, ਹੈ ਨਾ। ਉਹਨਾਂ ਨੂੰ ਟੋਟਲ ਆਪਣੀ ਆਇਡੈਂਟੀਟੀ ਜਿਹੜੀ ਆ ਉਹ ਵੈਨਿਸ਼ ਕਰਨੀ ਪੈਂਦੀ ਹੈ, ਜਾਂ ਉਹਨੂੰ ਕਹੋ ਵੀ ਉਹਨੂੰ ਖਤਮ ਹੀ ਕਰਨੀ ਪੈਂਦੀ ਹੁੰਦੀ ਆ। ਉਹ ਤਾਂ ਦੂਜੇ ਪਾਸੇ ਜਾਂਦੇ ਨੇ। ਔਰ ਇੱਕ ਇਹਦੇ ਵਿੱਚ ਇਹ ਵੀ ਹੈ ਵੀ ਜੇ ਉਹ ਗੁਣਾਂ ਤੋਂ ਸੱਖਣੇ ਹੁੰਦੇ ਨੇ। ਮੈਨੂੰ ਨਾ ਇੱਕ ਬੜੀ ਗੱਲ ਧਿਆਨ 'ਚ ਆਉਂਦੀ ਹੁੰਦੀ ਹੈ ਜਦੋਂ ਪ੍ਰਚਾਰਕਾਂ ਦੀ ਗੱਲ ਚੱਲਦੀ ਹੈ, ਵੀ ਫੇਥ ਗੁਰੂ ਦੇ ਵਿੱਚ ਕਿੰਨਾ ਕੁ ਵੱਡਾ ਹੁੰਦਾ ਬੰਦੇ ਦਾ। ਭਾਈ ਮਰਦਾਨਾ ਜੀ ਦਾ ਇੱਕ ਪ੍ਰਮਾਣ ਹੈ ਸਾਖੀ ਸਾਹਿਤ ਦੇ ਵਿੱਚੋਂ, ਜਦੋਂ ਵੇਈ ਨਦੀ ਵਾਲੀ ਘਟਨਾ ਵਾਪਰਦੀ, ਗੁਰੂ ਨਾਨਕ ਸਾਹਿਬ ਆਪਣੇ ਜੁੱਤੀ ਤੇ ਕੱਪੜੇ ਰੱਖ ਕੇ ਵੇਈ ਨਦੀ ਦੇ ਵਿੱਚ ਜਾਂਦੇ ਨੇ। ਹਾਂਜੀ। ਤੋ ਭਾਈ ਮਰਦਾਨਾ ਜੀ ਉੱਥੇ ਬੈਠੇ ਨੇ ਵੀ ਬਾਬੇ ਦੇ ਕੱਪੜਿਆਂ ਦੀ ਰਾਖੀ। ਬਾਬਾ ਜਾਣ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੂੰ ਕਹਿੰਦਾ ਵੀ ਤੁਸੀਂ ਵੀ ਮੈਂ ਆਉਣਾ, ਹੈ ਨਾ, ਵੀ ਜਿਵੇਂ ਬੰਦਾ ਕਹਿੰਦਾ ਵੀ ਤੁਸੀਂ ਬੈਠੋ ਤੇ ਮੈਂ ਬੈਠੋ, ਮੈਂ ਆਇਆ। ਹਾਂਜੀ। ਹੁਣ ਉਹ ਸਮਾਂ ਬੀਤਦਾ ਗਿਆ, ਲੋਕੀ ਉੱਥੇ ਆਉਂਦੇ ਨੇ, ਜਾਂਦੇ ਨੇ, ਭਾਈ ਮਰਦਾਨਾ ਜੀ ਨੂੰ ਪੁੱਛਦੇ ਨੇ ਵੀ ਤੂੰ ਇੱਥੇ ਬੈਠਾ। ਉਹ ਕਹਿੰਦੇ ਵੀ ਬਾਬਾ ਇਸ਼ਨਾਨ ਕਰਨ ਗਿਆ। ਉਹ ਕਹਿੰਦਾ ਵੀ ਕਦੋਂ ਦਾ ਗਿਆ? ਅਖੇ ਉਹ ਤੇ ਸਵੇਰ ਦਾ ਹੀ ਗਿਆ। ਤੇ ਜੇ ਬਾਬਾ ਸਵੇਰ ਦਾ ਗਿਆ ਤੇ ਹੁਣ ਤੱਕ ਕੀ ਵੇਨਾ ਵੀ ਉਹ ਤੇ ਡੁੱਬ ਗਿਆ ਹੋਣਾ। ਉਹ ਕਹਿੰਦੇ ਨਹੀਂ, ਮੈਨੂੰ ਬਾਬਾ ਕਹਿ ਕੇ ਗਿਆ ਵੀ ਤੂੰ ਇੱਥੇ ਬੈਠ, ਮੈਂ ਆਉਣਾ। ਬਿਲਕੁਲ। ਆਂਦੇ ਆਪਾਂ ਤੇ ਉਹਦੇ ਹੁਕਮ ਦੀ ਤਾਮੀਲ ਕਰ ਰਹੇ, ਮੈਂ ਤਾਂ ਬੈਠਾ। ਅੱਛਾ, ਸੁਨੇਹਾ ਨਾ ਘਰ ਪਹੁੰਚ ਜਾਂਦਾ ਬੇਬੇ ਨਾਨਕੀ ਨੂੰ ਵੀ ਬਾਬਾ ਵੀ ਤੇਰਾ ਭਰਾ ਡੁੱਬ ਗਿਆ, ਨਾਨਕ ਡੁੱਬ ਗਿਆ, ਤੇ ਮਰਦਾਨਾ ਉੱਥੇ ਬੈਠਾ ਹੈ। ਬੇਬੇ ਵੀ ਤੁਸੀਂ ਭਾਲ ਕਰੋ। ਵੀ ਬੰਦੇ ਉੱਥੇ ਭਾਲ ਵੀ ਕਰਦੇ ਨੇ ਪਰ ਲੱਭਿਆ ਨਹੀਂ। ਬੇਬੇ ਕਹਿੰਦੀ ਵੀ ਜਿਹੜਾ ਸੰਸਾਰ ਨੂੰ ਤਾਰਨ ਆਇਆ ਉਹ ਡੁੱਬ ਨਹੀਂ ਸਕਦਾ। ਬਿਲਕੁਲ ਠੀਕ ਹੈ। ਹੁਣ ਇਹ ਇੱਕ ਸਿੱਖ ਦਾ ਤੇ ਇੱਕ ਸ਼ਾਗਿਰਦ ਦਾ ਜਾਂ ਉਹਦੇ ਡਿਵੋਟੀ ਦਾ ਇੱਕ ਉਹਦਾ ਸਮਰਪਣ ਆ, ਉਹਦਾ ਯਕੀਨ ਆ। ਪਰ ਉਹਨਾਂ ਦਾ ਦੇਖੋ, ਉਹ ਕਹਿ ਕੇ ਗਏ ਕਿ ਮੈਂ ਆਉਣਾ, ਤੂੰ ਬੈਠੀ ਮੈਂ ਆਉਣਾ। ਉਹ ਆਉਣਾ ਸ਼ਬਦ ਜਿਹੜਾ ਆ ਉਹਨਾਂ ਦੇ ਦਿਲ 'ਚ ਬੈਠਾ ਹੋਇਆ ਹੈ ਵੀ ਉਹਨੇ ਆਉਣਾ। ਵੀ ਬਾਬੇ ਨੇ ਮੈਨੂੰ ਕਿਹਾ ਵੀ ਮੈਂ ਆਉਣਾ। ਯੈਸ। ਹੁਣ ਤੁਸੀਂ ਵੇਖੋ ਵੀ ਉਹਨਾਂ ਦਾ ਕਿੱਡਾ ਵੱਡਾ ਯਕੀਨ ਹੋਊਗਾ। ਹੁਣ ਇੱਥੋਂ ਇੱਕ ਮੈਸੇਜ ਮਿਲਦਾ ਹੁੰਦਾ ਹੈ ਵੀ ਹੁਣ ਭਾਈ ਮਰਦਾਨਾ ਜੀ ਨਾਲ ਪਹਿਲੇ ਪ੍ਰਚਾਰਕ ਰੂਪ 'ਚ ਵੀ ਨੇ ਗੁਰੂ ਨਾਨਕ ਜੀ ਦੇ, ਸੱਚੇ ਪਾਤਸ਼ਾਹ ਜੀ ਦੇ, ਕਿਉਂਕਿ ਉਹ ਨਾਲ ਸਾਜ ਦੀ ਮਹਾਰਾਜ ਜੀ ਦੇ ਨਾਲ ਉਹ ਕਰਦੇ ਨੇ, ਉਹਨਾਂ ਦਾ ਸਾਥ ਦਿੰਦੇ ਨੇ। ਜਦੋਂ ਬਾਣੀ ਆਉਂਦੀ ਹੈ, ਮਹਾਰਾਜ ਗਾਇਨ ਕਰਦੇ ਨੇ, ਭਾਈ ਮਰਦਾਨਾ ਜੀ ਨਵਾਬ ਵਜਾਉਂਦੇ ਨੇ। ਉਹਦੇ ਵਿੱਚ ਜਿਹੜਾ ਮੈਸੇਜ ਪਿਆ ਹੋਇਆ ਹੈ ਉਹ ਇਹ ਹੈ ਵੀ ਗੁਰੂ ਦੇ ਪ੍ਰਤੀ ਉਹਦੇ ਅੰਦਰ ਡੈਡੀਕੇਸ਼ਨ ਏਡੀ ਵੱਡੀ ਹੈ।
ਉਹਨਾਂ ਦਾ ਪਿਆਰ ਇੰਨਾ ਵੱਡਾ ਹੈ ਵੀ ਉਹਨਾਂ ਨੂੰ ਪਤਾ ਹੈ ਵੀ ਜੇ ਬਾਬਾ ਹੈਗਾ ਤੇ ਫਿਰ ਆਪਣਾ ਉਹਦੀ ਹੋਂਦ ਮੌਜੂਦ ਆ ਤੇ ਫਿਰ ਆਪਣਾ ਜਿਹੜਾ ਉਹ ਕੋਈ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਉਹਨੇ ਆ ਕੇ ਆਪਣੇ ਆਪ ਹੀ ਗੱਲ ਨਾਲ ਲਾ ਲੈਣਾ। ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਪ੍ਰਚਾਰਕ ਫੀਲਡ 'ਚ ਜਿੰਨੇ ਲੋਕ ਆ ਪਹਿਲਾਂ ਉਹਨਾਂ ਨੂੰ ਬਾਬੇ ਨਾਨਕ ਦੇ ਉੱਤੇ ਭਾਈ ਮਰਦਾਨਾ ਜੀ ਵਾਲਾ ਵਿਸ਼ਵਾਸ ਹੋਣਾ ਚਾਹੀਦਾ, ਕਿਸੇ ਵੀ ਰੂਪ ਦੇ ਵਿੱਚ ਹੋਵੇ ਉਹ। ਔਰ ਉਹ ਅਗਿਆਨੀ ਬੰਦਾ ਤੇ ਨਹੀਂ ਕਰੇਗਾ ਵੀ ਜਿਹੜੇ ਬੰਦੇ ਦੇ ਅੰਦਰ ਪਹਿਲਾਂ ਹੀ ਉਨੀ ਘਾਟ ਆ। ਔਰ ਇਸ ਵਾਸਤੇ ਲਾਜ਼ਮੀ ਹੈ ਜਿਹੜੀ ਪ੍ਰਬੰਧਕ ਸ਼੍ਰੇਣੀ ਹੈ ਇਹਦੇ ਵਿੱਚ ਉਹ ਗੁਣਾਂ ਨੂੰ ਪਹਿਲ ਦੇਵੇ, ਕਮਾਈ ਵਾਲੇ ਬੰਦੇ ਨੂੰ ਉਹ ਪਹਿਲ ਦੇਵੇ ਨਾ। ਤੁਸੀਂ ਵੇਖੋ ਵੀ ਕਿਸੇ ਵੀ ਫੀਲਡ 'ਚ ਜਿਹੜੇ ਕਮਾਈ ਵਾਲੇ ਬੰਦੇ ਨੇ ਉਹ ਕਦੀ ਵੀ ਉਹ ਫੀਲਡ ਛੱਡ ਕੇ ਨਹੀਂ ਭੱਜਣਗੇ ਜਾਂ ਬਹੁਤ ਮਾਈਨਰ ਜੀ ਗੱਲ ਮਿਲੂਗੀ। ਹਮੇਸ਼ਾ ਜਿਹੜੇ ਬੰਦਿਆਂ ਦੇ ਵਿੱਚ ਉਨਤਾ ਹੀ ਹੁੰਦੀ ਹੈ ਉਹ ਛੱਡਦੇ ਹੁੰਦੇ ਨੇ। ਔਰ ਉਹਦੀ ਪਰਖ ਕੌਣ ਕਰੇਗਾ ਵੀ ਉਹਨੂੰ ਪਹਿਚਾਨੇਗਾ ਕੌਣ ਵੀ ਜਿਹਦੇ 'ਚ ਆਪ ਉਹ ਗੱਲ ਹੋਊਗੀ ਹੈ ਨਾ। ਜਿਹੜਾ ਧਰਮ ਦਾ ਫੀਲਡ ਹੈ ਉਹ ਅਧਿਆਤਮਿਕ ਹੈ ਸਾਰੇ ਦਾ ਸਾਰਾ, ਸਪਿਰਿਚੁਅਲ ਜਿਹਨੂੰ ਆਪਾਂ ਕਹਿੰਦੇ ਹਾਂ। ਸੋਸ਼ਲ ਲਾਈਫ ਦੇ ਨਾਲ ਉਹ ਰਿਲੇਟਿਡ ਹੈ ਕਿਉਂਕਿ ਇੱਥੇ ਅਸੀਂ ਉਹ ਸਾਰੇ ਉਸ ਪ੍ਰਕਰਨ ਦੇ ਵਿੱਚ ਜਾਂ ਉਸ ਸਾਰੀ ਪ੍ਰੈਕਟਿਸ ਦੇ ਵਿੱਚ ਜਿਉਂਦੇ ਹਾਂ, ਇਸ ਕਰਕੇ ਉਹ ਸੋਸ਼ਲ ਲਾਈਫ ਦੇ ਨਾਲ ਵੀ ਜੁੜਿਆ ਹੋਇਆ ਹੈ ਨਾ। ਅਤੇ ਉਹਨੂੰ ਉਹ ਇੱਕ ਕਿਸਮ ਦੀ ਐਨਰਜੀ ਵੀ ਦਿੰਦਾ। ਪਰ ਉਹਨੂੰ ਸਮਝੇਗਾ ਤੇ ਉਹੀ ਨਾ ਜਿਹਨੂੰ ਪਹਿਲਾਂ ਅਧਿਆਤਮਿਕਤਾ ਦੇ ਵਿੱਚ ਓਨਾ ਵੱਡਾ ਯਕੀਨ ਹੋਊਗਾ ਉਹ ਤਾਂ ਹੀ ਉਹ ਉਸ ਪਾਸੇ ਨੂੰ ਜਾ ਸਕਦਾ ਜਾਂ ਉਹਦੀ ਪਹਿਚਾਣ ਕਰ ਸਕਦਾ। ਮਹਾਰਾਜ ਜੀ ਨੇ ਬਾਣੀ 'ਚ ਤਾਂ ਹੀ ਇਹ ਗੱਲ ਕਹੀ ਨਾ ਵੀ ਅੰਧੇ ਕੇ ਰਾਏ ਦੱਸੇ ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ, ਹੈ ਨਾ। ਵੀ ਜਿਹੜਾ ਜਦੋਂ ਕੋਈ ਅਗਿਆਨਤਾ ਦੇ ਪਿੱਛੇ ਲੱਗ ਕੇ ਤੁਰਨ ਵਾਲਾ ਇਨਸਾਨ ਹੈ ਇਹਦਾ ਮਤਲਬ ਅੰਨਾ ਹੀ ਹੋ ਸਕਦਾ ਹੈ, ਸੁਜਾਖਾ ਤੇ ਹੋ ਨਹੀਂ ਸਕਦਾ। ਰਜਨੀਸ਼ ਇੱਕ ਬੜੀ ਕਮਾਲ ਦੀ ਗੱਲ ਕਹਿੰਦੇ ਨੇ, ਉਹ ਕਹਿੰਦੇ ਵੀ ਇੱਕ ਆਪਣੀ ਨਾ ਆਪਾਂ ਹਿੰਦੀ 'ਚ ਇੱਕ ਕਹਾਵਤ ਆਮ ਹੀ ਸੁਣੀ ਹੈ ਵੀ ਅੰਧੋ ਮੈਂ ਕਾਣਾ ਰਾਜਾ। ਜੀ ਬਿਲਕੁਲ, ਉਹਨੂੰ ਐਕਸਪਲੇਨ ਉਹਨੇ ਲੌਜੀਕਲੀ ਬਹੁਤ ਕਮਾਲ ਦਾ ਕੀਤਾ ਰਜਨੀਸ਼ ਨੇ। ਉਹ ਕਹਿੰਦਾ ਵੀ ਆਪਾਂ ਕਦੀ ਇਸ ਤੇ ਵਿਚਾਰ ਕੀਤੀ ਵੀ ਅੰਨਿਆਂ 'ਚ ਕਾਣਾ ਰਾਜਾ ਕਿਉਂ? ਉਹ ਕਹਿੰਦਾ ਵੀ ਇਹਦੀ ਐਕਸੈਪਸ਼ਨ ਅੰਨਿਆਂ ਦੇ ਵਿੱਚ ਇਸ ਕਰਕੇ ਆ ਵੀ ਉਹ ਸੋਚਦੇ ਵੀ ਅੱਧਾ ਕੁਝ ਸਾਡੇ ਵਰਗਾ ਨਾ। ਹੁਣ ਜਿਹਦੀਆਂ ਦੋਵੇਂ ਅੱਖਾਂ ਠੀਕ ਨੇ ਅੰਨੇ ਉਹਨੂੰ ਐਕਸੈਪਟ ਨਹੀਂ ਕਰਦੇ। ਬਿਲਕੁਲ ਠੀਕ ਹੈ ਨਾ ਵੀ ਜਿਹਦੇ ਅੱਧਾ ਕੁ ਬੰਦਾ ਉਹਨਾਂ ਵਰਗਾ ਹੋਣਾ ਚਾਹੀਦਾ। ਤਾਂ ਜਿਹੜੀ ਪ੍ਰਬੰਧਕ ਸ਼੍ਰੇਣੀ ਹੈ ਉਹਦੇ 'ਚ ਵੀ ਕਿਤੇ ਨਾ ਕਿਤੇ ਇਹ ਗੱਲ ਪਈ ਹੋਈ ਹੈ ਵੀ ਉਹ ਜਿਹੜੇ ਪ੍ਰਚਾਰਕ ਵੀ ਨੇ ਉਹ ਅੱਧੇ ਕੁਝ ਸਾਡੇ ਵਰਗੇ ਹੋਣੇ ਹੀ ਚਾਹੀਦੇ ਨੇ, ਸਾਡੀ ਸੋਚ ਵਰਗੇ, ਸਾਡੇ ਵਰਗੇ ਵੀ ਉਹ ਸਾਡੀ ਗੱਲ ਮੰਨਣ ਵਾਲੇ। ਬਹੁਤਿਆਂ ਨੂੰ ਇਹ ਪ੍ਰੋਬਲਮ ਸਿਰਫ ਇੱਥੇ ਨਹੀਂ ਹੈਗੀ ਸਮੁੰਦਰੋਂ ਪਾਰ, ਇਹ ਜਿੱਥੋਂ ਅਸੀਂ ਆਏ ਹਾਂ ਉੱਥੇ ਵੀ ਬਹੁਤ ਵੱਡੇ ਪੱਧਰ 'ਤੇ ਆ। ਜਿੱਥੇ ਉਹ ਸਾਡਾ ਗੁਰਦੁਆਰਾ ਪ੍ਰਬੰਧ ਚੱਲਦਾ ਉੱਥੇ ਵੀ ਇਹ ਪ੍ਰੋਬਲਮ ਬਹੁਤ ਵੱਡੇ ਪੱਧਰ 'ਤੇ ਆ। ਪਿੱਛੇ ਜੀ ਇੱਕ ਮੈਨੂੰ ਬਹੁਤ ਸੂਝਵਾਨ ਸੱਜਣ ਮਿਲੇ, ਉਹ ਕਿਸੇ ਰਾਗੀ ਸਿੰਘ ਦੀ ਗੱਲ ਕਰ ਰਹੇ ਸਨ, ਇਸ ਟਾਈਮ ਟੌਪ ਮੋਸਟ ਨੇ ਉਹ ਕਹਿੰਦੇ ਵੀ ਮੇਰੇ ਨਾਲ ਬੈਠੇ ਤੇ ਉਹਨਾਂ ਦੀਆਂ ਅੱਖਾਂ 'ਚੋਂ ਪਾਣੀ ਆਉਣ ਲੱਗ ਗਿਆ, ਗੱਲਾਂ ਸੁਣਾਉਣ ਲੱਗ ਗਏ ਵੀ ਉਹ ਪ੍ਰਬੰਧਕੀ ਸ਼੍ਰੇਣੀ ਦੇ ਸੰਬੰਧ 'ਚ ਹੀ ਕੁਝ ਗੱਲਾਂ ਸਨ। ਉਹ ਕਹਿੰਦੇ ਵੀ ਉਹ ਗੱਲ ਕਰਦੇ ਕਰਦੇ ਉਹਨਾਂ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ ਤੇ ਮੇਰਾ ਮਨ ਵੀ ਭਰ ਗਿਆ ਵੀ ਕਮਾਲ ਹੈ ਵੀ ਇਸ ਲੈਵਲ ਦੇ ਬੰਦਿਆਂ ਨੂੰ ਵੀ ਇੰਨਾ ਸੰਤਾਪ ਝੱਲਣਾ ਪੈਂਦਾ। ਔਰ ਉਹ ਇਹ ਸੋਚਦੇ ਨੇ ਵੀ ਆਪਾਂ ਇਹ ਹੁਣ ਜਿਵੇਂ ਚਲੋ ਮਹਾਰਾਜ ਨੇ ਸਾਡੇ ਤੋਂ ਤਾਂ ਸੇਵਾ ਲਈ, ਅਸੀਂ ਚਾਹਾਂਗੇ ਵੀ ਅਗਲੀ ਜਨਰੇਸ਼ਨ ਨਾ ਇਸ ਪਾਸੇ ਨੂੰ ਜਾਏ, ਵੀ ਇੰਨੀ ਜਿੱਲਤ ਨਾ ਝੱਲਣੀ ਪਏ। ਹੁਣ ਤੁਸੀਂ ਵੇਖੋ ਜਿਹੜੇ ਆਪਾਂ ਰੀਜ਼ਨਸ ਲੱਭਦੇ ਹਾਂ ਵੀ ਇਹਦੇ ਪਿੱਛੇ ਪ੍ਰੋਬਲਮ ਕੀ ਕੰਮ ਕਰ ਰਹੀਆਂ ਨੇ। ਇੱਕ ਤੇ ਇਹ ਆ ਵੀ ਬੰਦੇ ਨੂੰ ਇਸ ਗੱਲ ਤੇ ਯਕੀਨ ਹੀ ਨਹੀਂ ਵੀ ਕੋਈ ਬਾਬਾ ਸਾਡਾ ਸਵਾਰ ਸਕਦਾ ਹੈ ਜੀ, ਹੈ ਨਾ। ਵੀ ਉਹਨੂੰ ਉਹ ਪ੍ਰੋਫੈਸ਼ਨਲੀ ਲੈ ਰਿਹਾ ਵੀ ਬਸ ਪ੍ਰੋਫੈਸ਼ਨ 'ਚ ਕੀ ਹੁੰਦਾ ਵੀ ਤੁਸੀਂ ਆਪਣਾ ਕੰਮ ਕਰਨਾ ਤੇ ਬਸ ਤੁਹਾਡੀ ਡਿਊਟੀ ਖਤਮ। ਬਿਲਕੁਲ, ਹੈ ਨਾ। ਮੰਨ ਲਓ ਤੁਸੀਂ ਘੰਟਾ ਹੁਣ ਮੰਨ ਲਓ ਕਥਾ ਵਾਚਕ ਉਹਨੇ ਘੰਟਾ ਕਥਾ ਕਰਨੀ, ਉਹਨੂੰ ਘੰਟੇ ਦਾ ਮਟੀਰੀਅਲ ਚਾਹੀਦਾ, ਉਦੋਂ ਬਾਅਦ ਉਹਦੀ ਕੋਈ ਉਹਨੂੰ ਲੈਣ ਨਹੀਂ, ਕੋਈ ਦੇਣ ਨਹੀਂ। ਰਾਗੀ ਨੂੰ ਜਿਹੜਾ ਉਹਨੇ ਘੰਟੇ ਦਾ ਕੀਰਤਨ ਕਰਨਾ, ਉਹਨੇ ਆਖਿਆ ਵੀ ਚੱਲ ਆਪਾਂ ਰਾਗ ਤੋਂ ਵੀ ਕੀ ਲੈਣਾ, ਵੀ ਜਿਹੜੀ ਲੋਕਾਂ ਨੂੰ ਚੀਜ਼ ਪਸੰਦ ਹੈ ਤੁਸੀਂ ਉਹ ਸੁਣਾ ਦਿਓ। ਮੈਨੂੰ ਇੱਕ ਵਾਰੀ ਆਨੰਦ ਕਾਰਜ ਹੋ ਰਿਹਾ ਸੀ ਨਾ, ਇੱਕ ਰਾਗੀ ਉੱਥੇ ਉਹਨੇ ਉਸ ਤਰਜ਼ ਦੇ ਉੱਤੇ ਹਿੰਦੀ ਫਿਲਮ ਦਾ ਗਾਣਾ ਸੀ, ਉਹਦੀ ਤਰਜ਼ ਦੇ ਉੱਤੇ ਨਾ ਉਹ ਲਾਸਟ ਸ਼ਬਦ ਪੜਿਆ ਜਿਹੜਾ ਪੜ੍ਹਦੇ ਹੁੰਦੇ ਆ ਵੀ ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਉਹ ਪੜਿਆ ਵੀ ਬਾਬੁਲ ਕੀ ਦੁਆਏਂ ਲੇਤੀ ਜਾ, ਹੈ ਨਾ। ਉਸ ਟਿਊਨ ਦੇ ਉੱਤੇ ਉਹਨੇ ਉਹ ਥੋੜ੍ਹਾ ਜਿਹਾ ਬਣਾ ਕੇ ਨਾ ਉਹਦੇ ਵਿੱਚ, ਤੇ ਕਈ ਵਾਰੀ ਤੇ ਉਹ ਵਿੱਚ ਨਾ ਜਦੋਂ ਮਾਰਦੇ ਹੁੰਦੇ ਆ ਨਾ ਉਹ ਬੜਾ ਵੀ ਹੱਥ 'ਚ, ਤੇ ਉਹ ਕਈ ਹਿੰਦੀ ਫਿਲਮਾਂ ਦੀ ਟਿਊਨਸ ਜਿਹੜੀਆਂ ਨੇ ਉਹਦੇ ਵਿੱਚ ਉਹ ਇਨਵੋਲਵ ਕਰਦੇ ਨੇ, ਕਿਸੇ ਨੂੰ ਕੁਝ ਪਤਾ ਨਹੀਂ। ਤੋ ਇੱਕ ਸੂਝਵਾਨ ਸੱਜਣ ਸਨ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕੁਝ ਨੋਟ ਕਰਨਾ ਚਾਹੀਦਾ ਨਾ, ਤੇ ਕੀਤਾ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ। ਉਹ ਕਹਿੰਦੇ ਨਹੀਂ ਚਲੋ ਵਧੀਆ, ਉਹ ਸਾਰੇ ਧਿਆਨ ਨਾਲ ਬੈਠੇ ਨੇ ਸੁਣਦੇ ਨੇ, ਆਪਾਂ ਕੀ ਲੈਣਾ। ਜਦੋਂ ਬੰਦੇ ਦੇ ਅੰਦਰ ਆਹ ਚੀਜ਼ ਪੈਦਾ ਹੁੰਦੀ ਹੈ ਨਾ, ਉਹ ਕਿਸੇ ਦੀ ਨਲਾਇਕੀ ਨੂੰ ਹੱਲਾਸ਼ੇਰੀ ਦੇ ਰਹੀ ਹੁੰਦੀ ਹੈ। ਬਿਲਕੁਲ ਠੀਕ ਹੈ ਗੱਲ, ਵੀ ਜਿੱਥੇ ਜਿਹੜੀ ਮਰਿਆਦਾ ਨੂੰ ਆਪਣਾ। ਹੁਣ ਇਹਦੇ ਨਾਲ ਫਰਕ ਕੀ ਪਿਆ ਵੀ ਉਹਨਾਂ ਨੂੰ ਜਿਹੜਾ ਗਾਇਨ ਵਾਲਾ ਉਹਨੂੰ ਲੱਗਿਆ ਵੀ ਲੋਕੀ ਇਸੇ ਚੀਜ਼ ਨੂੰ ਪਸੰਦ ਕਰਦੇ ਨੇ, ਪ੍ਰਬੰਧਕ ਨੂੰ ਲੱਗਿਆ ਵੀ ਆਪਾਂ ਲੈਣਾ ਕੀ ਹੈ, ਵੀ ਜਦੋਂ ਆਪਣਾ ਕੰਮ ਚੱਲੀ ਜਾਂਦਾ। ਮੈਂ ਨਾ ਕਈ ਵਾਰੀ ਬਜ਼ੁਰਗਾਂ ਦੇ ਨਾਲ ਗੱਲ ਕੀਤੀ, ਮੈਂ ਕਿਹਾ ਵੀ ਤੁਸੀਂ ਗੁਰਦੁਆਰੇ ਨੂੰ ਨਾ ਸ਼ੋਰੂਮ ਨਾ ਸਮਝੋ, ਇਹਨੂੰ ਗੁਰੂ ਘਰ ਸਮਝੋ। ਔਰ ਕਈ ਵਾਰੀ ਨਾ ਪ੍ਰਬੰਧਕ ਕਹਿਣਗੇ ਵੀ ਅਸੀਂ ਗੁਰਦੁਆਰਾ ਚਲਾ ਰਹੇ ਹਾਂ ਜੀ, ਮੈਂ ਕਿਹਾ ਜੀ ਪਹਿਲਾਂ ਇਹ ਆਪਣੇ ਮਨ 'ਚ ਯਕੀਨ ਲੈ ਕੇ ਆਓ ਵੀ ਗੁਰੂ ਚਲਾ ਰਿਹਾ,
ਜੇ ਤੁਸੀਂ ਗੁਰੂ ਨੂੰ ਚਲਾਣਾ ਤੇ ਫਿਰ ਦੁਨੀਆ ਕਿੱਥੇ ਰਹਿ ਗਈ ਜੀ। ਵੀ ਇਹ ਗੁਰੂ ਦਾ ਹੈ, ਗੁਰੂ ਚਲਾਏਗਾ। ਹਾਂ, ਤੁਸੀਂ ਸੇਵਕ ਰੂਪ ਦੇ ਵਿੱਚ ਉਹਨੂੰ ਕਰਨਾ, ਪਰ ਉਹਦੇ ਵਿੱਚ ਪਹਿਚਾਨ ਵੱਡੀ ਰੱਖੀਏ। ਮੈਂ ਇੱਕ ਵਾਰੀ ਪਹਿਲਾਂ ਵੀ ਇਸ ਰੇਡੀਓ ਤੋਂ ਆਪਾਂ ਗੱਲ ਕਰਦੇ ਹਾਂ, ਰਿਸ਼ੀ ਜੀ ਇਹ ਗੱਲ ਕਹੀ ਸੀ ਵੀ ਜੇ ਕਿਤੇ ਦੁਨੀਆ ਦੇ ਵਿੱਚ ਕੋਈ ਸਾਡੇ ਤੱਕ ਅਪਰੋਚ ਕਰੇ ਨਾ ਵੀ ਫਲਾਣੇ ਦੇਸ਼ ਦੇ ਵਿੱਚ ਫਲਾਣੀ ਜਗ੍ਹਾ ਦੇ ਉੱਤੇ ਆਹ ਗੁਰਦੁਆਰਾ ਸਾਹਿਬ ਆ, ਉਹਦਾ ਪ੍ਰਬੰਧ ਇਸ ਲੈਵਲ ਦਾ, ਉੱਥੇ ਪ੍ਰਚਾਰਕ ਜਾਂ ਰਾਗੀ ਢਾਡੀ ਜਿਹੜੇ ਨੇ ਉਹ ਬਿਲਕੁਲ ਗੁਰੂ ਮਰਿਆਦਾ ਦੇ ਅਕੋਰਡਿੰਗ ਨੇ, ਵੀ ਉਹਨੇ ਗੁਣਾਂ ਵਾਲੇ ਨੇ, ਮੈਂ ਕਿਹਾ ਜੀ ਅਸੀਂ ਸਲੂਟ ਕਰਾਂਗੇ ਉਹਨਾਂ ਨੂੰ ਸਾਰਿਆਂ ਨੂੰ ਜਾ ਕੇ, ਹੈ ਨਾ, ਵੀ ਉਹਨਾਂ ਦੇ ਚਰਨਾਂ ਤੇ ਆਪਣਾ ਸੀਸ ਰੱਖਾਂਗੇ ਵੀ ਕੋਈ ਇੰਨੀ ਚੇਤਨਾ ਵਾਲਾ ਪੁਰਖ ਵੀ ਦੁਨੀਆ ਦੇ ਵਿੱਚ ਬੈਠਾ। ਹਾਲਾਂਕਿ ਹੁੰਦੇ ਨੇ, ਪਰ ਉਹ ਬਹੁਤ ਰੇਅਰ ਹੁੰਦੇ ਨੇ। ਸਾਨੂੰ ਲੋੜ ਆ ਵੀ ਅਸੀਂ ਸਾਰੇ ਉਸ ਚੀਜ਼ ਨੂੰ ਸਮਝੀਏ, ਇਹ ਸੰਗਤ ਵੀ। ਜੀ ਡੈਫੀਨੇਟਲੀ, ਕਿਉਂਕਿ ਇਹ ਸੰਗਤ ਦੀ ਵੱਡੀ ਰਿਸਪੌਂਸਿਬਿਲਿਟੀ ਆ ਵੀ ਜਦੋਂ ਤੁਸੀਂ ਕੋਈ ਉਹਦੇ 'ਚ ਕਮੀ ਦੇਖਦੇ ਹੋ ਤਾਂ ਤੁਸੀਂ ਪ੍ਰਬੰਧਕਾਂ ਤੱਕ ਅਪਰੋਚ ਕਰੋ। ਜੇ ਪ੍ਰਬੰਧਕ ਉਹਨੂੰ ਨਹੀਂ ਸੁਧਾਰ ਰਹੇ, ਤੁਸੀਂ ਪ੍ਰਬੰਧਕਾਂ ਨੂੰ ਚੁੱਕ ਕੇ ਸਾਈਡ 'ਚ ਕਰੋ ਵੀ ਉਹ ਇਹ ਥੋੜ੍ਹੀ ਵੀ ਬੰਦਿਆਂ ਦੀ ਕਮੀ ਹੈ, ਹਰ ਪਾਸੇ ਹੈਗੀ। ਅੱਛਾ, ਇਹਦੇ 'ਚ ਮਸਕੀਨ ਜੀ ਨੇ ਜੋ ਤੱਤ ਕੱਢਿਆ ਰਿਸ਼ੀ ਜੀ, ਇਹ ਕੋਈ ਆਪਣੀਆਂ ਘਰ ਦੀਆਂ ਗੱਲਾਂ ਨਹੀਂ, ਬਿਲਕੁਲ ਸਹੀ ਹੈ, ਸਾਮੂਹਿਕ ਰੂਪ 'ਚ ਨੇ। ਸਹੀ ਵੀ ਜਦੋਂ ਸਾਡੇ ਵੱਡਿਆਂ ਨੇ, ਵਡੇਰਿਆਂ ਨੇ, ਜਿਨ੍ਹਾਂ ਨੇ ਜ਼ਿੰਦਗੀ ਦੇ 50 ਸਾਲ ਇਸੇ ਫੀਲਡ ਦੇ ਵਿੱਚ ਗੁਰੂ ਨੂੰ ਪ੍ਰੇਮ ਦੇ ਸਹਿਤ ਡੈਡੀਕੇਸ਼ਨ ਦੇ ਨਾਲ ਲਾਏ, ਔਰ ਉਹਨਾਂ ਦੀਆਂ ਗੱਲਾਂ ਦੇ ਵਿੱਚ ਉਹਨਾਂ ਗਹਿਰਾ ਤੱਤ ਹੈ, ਉਹ ਵਜ਼ਨ ਹੈ, ਉਹ ਰੂਹ ਨੂੰ ਟੁੰਬਦੀਆਂ ਨੇ। ਤਾਂ ਉਹਨਾਂ ਨੇ ਵੀ ਜੋ ਗੱਲ ਮਹਿਸੂਸ ਕੀਤੀ, ਮਸਕੀਨ ਜੀ ਨੇ ਵੀ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਦੇ 95% ਉਹਨਾਂ ਨੇ ਕਿਹਾ ਵੀ ਐਵੇਂ ਚੱਲ ਰਿਹਾ। ਜੀ। ਮੈਨੂੰ ਲੱਗਿਆ ਵੀ 99% ਚੱਲ ਰਿਹਾ, ਵੀ ਮਸਕੀਨ ਜੀ ਤੋਂ ਬਾਅਦ ਤੇ ਹੁਣ ਕਾਫੀ ਕਹਾਣੀ ਵਿਗੜ ਗਈ ਨਾ, ਉਹ ਸੁਧਰੀ ਨਹੀਂ। ਤਾਂ ਖੈਰ ਉਹਨਾਂ ਦਾ ਕਹਿਣਾ ਇਹ ਹੈ ਵੀ ਜੇ ਇਹਨੂੰ ਸੁਧਾਰਨਾ ਹੈ, ਪਹਿਲੀ ਗੱਲ ਪ੍ਰਬੰਧਕਾਂ ਦੇ ਵਿੱਚ ਅਧਿਆਤਮਿਕ ਚੇਤਨਾ ਦਾ ਹੋਣਾ ਬਹੁਤ ਲਾਜ਼ਮੀ ਹੈ। ਵੀ ਉਹਨਾਂ ਦੇ ਵਿੱਚ ਉਹ ਗੁਰੂ ਦੇ ਪ੍ਰੇਮ ਵਾਲੇ ਹੋਣ, ਡੈਡੀਕੇਸ਼ਨ ਵਾਲੇ ਹੋਣ। ਫਿਰ ਉੱਥੇ ਧਨਾੜ ਬੰਦਿਆਂ ਦੀ ਡੋਮੀਨੇਸ਼ਨ ਨਹੀਂ ਹੋਣੀ ਚਾਹੀਦੀ ਜੀ, ਕਿਉਂਕਿ ਮਹਾਰਾਜ ਨੇ ਧਨਾੜ ਨੂੰ ਗੁਰਬਾਣੀ 'ਚ ਪਹਿਲਾਂ ਹੀ ਰਿਜੈਕਟ ਕਰ ਦਿੱਤਾ ਅਧਿਆਤਮਿਕ ਪੁਆਇੰਟ ਆਫ ਵਿਊ ਤੋਂ, ਹੈ ਨਾ। ਮਹਾਰਾਜ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ, ਬਿਲਕੁਲ ਸ਼ਬਦ ਨਾ ਸੁਣਾਈ ਰੋਲ ਕਚੋਲਾ। ਅਤ ਅੰਨਾ ਬੋਲਾ ਕਿਹਾ ਹੈ। ਮੈਂ ਨਾ ਇਹ ਲਫ਼ਜ਼ ਨੂੰ ਵਿਚਾਰਨ ਦਿਆ ਸੀ, ਮਨ 'ਚ ਮੇਰੇ 'ਚ ਬਾਰ-ਬਾਰ ਆਏ ਵੀ ਅਸੀਂ ਆਮ ਹੀ ਕਹਿ ਦਿੰਦੇ ਹੁੰਦੇ ਵੀ ਅੱਤ ਕਿਸੇ ਚੀਜ਼ ਦੀ ਆ, ਅੱਤ ਤੋਂ ਬਾਅਦ ਜਿਹੜਾ ਸਰਵਨਾਸ਼ ਹੁੰਦਾ ਹੈ। ਬਿਲਕੁਲ ਠੀਕ। ਮਹਾਰਾਜ ਕਹਿੰਦੇ ਨੇ ਵੀ ਜਿਹੜਾ ਮਾਇਆਧਾਰੀ, ਇੱਥੇ ਮਾਇਆਧਾਰੀ ਸਿਰਫ ਪੈਸੇ ਵਾਲਾ ਵੀ ਨਹੀਂ ਆਪਾਂ ਕਹਿ ਰਹੇ, ਦੈਟ ਮੀਨਸ ਵੀ ਜਿਹਦੀ ਬਿਰਤੀ ਸਾਰੀ ਹੀ ਸਮਾਜਿਕ ਆ ਜਾਂ ਦੁਨਿਆਵੀ ਹੈ, ਉਹ ਗੁਰਦੁਆਰੇ ਨੂੰ ਵੀ ਬਿਜ਼ਨਸ ਵਾਂਗੂ ਲੈਂਦਾ, ਜਾਂ ਉਹ ਜਿਹੜੇ ਉੱਥੇ ਪ੍ਰਚਾਰਕ ਨੇ ਉਹਨਾਂ ਨੂੰ ਨੌਕਰਾਂ ਵਾਂਗੂ ਦੇਖਦਾ ਹੈ ਨਾ, ਜਾਂ ਉਹਨਾਂ ਦੇ ਹੀਨ ਭਾਵਨਾ ਦੇ ਨਾਲ ਉਹਨਾਂ ਨੂੰ ਟਰੀਟ ਕਰਦੇ ਨੇ, ਵਧੀਆ ਨਹੀਂ ਟਰੀਟ ਕਰਦੇ, ਉਹ ਬਹੁਤ ਗਲਤ ਆ। ਤਾਂ ਹੀ ਤੇ ਬਗਾਵਤ ਪੈਦਾ ਹੁੰਦੀ ਹੈ ਨਾ, ਕਿਸੇ ਦੇ ਮਨ 'ਚ ਵੀ ਉਹ ਇੰਨੀ ਸੋਹਣੀ ਜਗ੍ਹਾ ਛੱਡ ਕੇ, ਇੰਨਾ ਸੋਹਣਾ ਥਾਂ ਛੱਡ ਕੇ ਉਹ ਕਿਉਂ ਜਾਊਗਾ। ਇੱਕ ਦੂਸਰਾ ਇਹ ਜਿਹੜਾ ਰਹਿਣਾ ਚਾਹੁੰਦੇ ਨੇ ਉਹਨਾਂ ਦੇ ਫਿਰ ਖਿਲਾਫ ਪ੍ਰੋਪੋਗੰਡਾ ਕਰਨਾ, ਹੈ ਨਾ, ਵੀ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਨੀ ਵੀ ਤੁਸੀਂ ਜਾਓ। ਮੈਂ ਕਈ ਵਾਰੀ ਇੱਥੇ ਸੁਣਿਆ ਪ੍ਰਚਾਰਕਾਂ ਦੇ ਮੂੰਹੋਂ, ਖੁਦ ਸਾਰੀਆਂ ਕਮੇਟੀਆਂ ਦੇ, ਕਿਉਂਕਿ ਮੈਂ ਵੀ ਸਿੱਖ ਬੱਚਾ ਵਾਂ, ਇਸ ਕਰਕੇ ਮੈਨੂੰ ਉਹਦਾ ਦਰਦ ਮਹਿਸੂਸ ਹੁੰਦਾ। ਉਹਨਾਂ ਕਿਹਾ ਵੀ ਜਦੋਂ ਤੁਸੀਂ ਪੱਕੇ ਹੋ ਗਏ ਨਾ, ਉਦੋਂ ਤੁਸੀਂ ਆਪਣਾ ਫੀਲਡ ਚੇਂਜ ਕਰ ਲਓ। ਹਾਂ, ਵੀ ਤੁਸੀਂ, ਉਹ ਆਪ ਹੀ ਸਲਾਹ ਦਿੰਦੇ ਨੇ ਵੀ ਤੁਸੀਂ ਜਦੋਂ ਪੱਕੇ ਹੋ ਗਏ, ਉਹਨਾਂ ਨੂੰ 99% ਉਹਨਾਂ ਨੂੰ ਵੀ ਲੱਗਦਾ ਹੁੰਦਾ ਵੀ ਇਹਨਾਂ ਨੂੰ ਅਸੀਂ ਸਿਰਫ ਪੱਕੇ ਕਰਾਉਣ ਵਾਸਤੇ ਹੀ ਸੱਦਿਆ, ਉਸ ਤੋਂ ਬਾਅਦ ਜੋ ਮਰਜ਼ੀ ਕਰੋ, ਤੁਸੀਂ ਗੱਡੀ ਚਲਾਓ। ਔਰ ਇੱਕ ਤੇ ਹੋਇਆ ਰਿਸ਼ੀ ਜੀ ਜਿਹੜੇ ਭੱਜ ਜਾਂਦੇ ਨੇ, ਦੂਸਰਾ ਉਹ ਇਹਦੇ 'ਚ ਕੈਟੇਗਰੀ ਹੈ ਜਿਹੜੇ ਇਹਦੇ ਵਿੱਚ ਰਹਿੰਦੇ ਤੇ ਹੈ ਨੇ ਪਰ ਪੱਕੇ ਹੋਣ ਤੋਂ ਬਾਅਦ ਪ੍ਰੋਫੈਸ਼ਨ ਬਦਲ ਜਾਂਦੇ ਨੇ, ਵੀ ਉਹ ਵੀ ਹੈਗੇ ਨੇ। ਤੀਸਰਾ ਇਹ ਉਹ ਕੈਟੇਗਰੀ ਹੈ ਜਿਹੜੇ ਕੰਨਾਂ ਨੂੰ ਹੱਥ ਲਾ ਜਾਂਦੇ ਨੇ ਵੀ ਕਦੀ ਆਉਣ ਵਾਲੀ ਜਨਰੇਸ਼ਨ ਸਾਡੀ ਤੇ ਇਸ ਪਾਸੇ ਆਏ ਹੀ ਨਾ, ਅਸੀਂ ਨਹੀਂ ਚਾਹੁੰਦੇ। ਉਹ ਵੀ ਮਹਾਰਾਜ ਜੀ ਤੋਂ ਮਾਫੀ ਮੰਗਦੇ ਨੇ, ਕਈ ਐਸੇ ਬਹੁਤ ਸੂਖਮ ਪੁਰਖ ਵੀ ਹੈਗੇ ਨੇ, ਹੈ ਨਾ। ਤਾਂ ਜਿਹੜੀ ਅਗਲੀ ਕੈਟੇਗਰੀ ਆ ਉਹਦੇ ਵਿੱਚ ਇਹ ਨੇ ਵੀ ਉਹ 1% ਵਾਲੇ ਨੇ ਜਿਹੜੇ ਭਾਈ ਮਰਦਾਨਾ ਜੀ ਵਾਂਗੂ ਸਿਰਫ ਉੱਥੇ ਕਿਨਾਰੇ ਤੇ ਬੈਠੇ ਰਹਿੰਦੇ ਨੇ ਵੀ ਬਾਬਾ ਆਊਗਾ, ਬਸ ਕਿਆ ਬਾਤ ਹੈ। ਹੋਰ ਇਹਦੇ 'ਚ ਬਸ ਆਹ ਗੱਲ ਸਮਝਣ ਵਾਲੀ ਹੈ। ਤਾਂ ਇਹਦਾ ਮਤਲਬ ਵੀ ਜਿਹੜਾ 99% ਜਿਹੜਾ ਸਾਡਾ ਸਿਸਟਮ ਆ ਉਹਨੂੰ ਸੁਧਾਰਨ ਵਾਸਤੇ ਜਿਹੜੇ ਬਹੁਤ, ਮਸਕੀਨ ਜੀ ਨੇ ਕਿਹਾ ਵੀ ਜਿਹੜੇ ਬਹੁਤ ਕੋਮਲ ਹਿਰਦਿਆਂ ਵਾਲੇ ਸਿੱਖ ਨੇ ਨਾ, ਜਿਨ੍ਹਾਂ ਦਾ ਗੁਰੂ ਦੇ ਨਾਲ ਪਿਆਰ ਹੈ, ਉਹ ਆਉਣ, ਸੰਗਤ ਉਹਨਾਂ ਨੂੰ ਅਪਰੋਚ ਕਰੇ ਵੀ ਤੁਸੀਂ ਆਓ ਤੇ ਆਪਾਂ ਇਹਨੂੰ ਇੱਕ ਅਧਿਆਤਮਿਕ ਖੁਸ਼ਬੂ ਦੇ ਵਿੱਚ ਰੰਗੀਏ ਇਸ ਸਾਰੇ ਵਾਤਾਵਰਨ ਨੂੰ ਨਾ। ਹੁਣ ਬਸੰਤ ਦਾ ਚੱਲ ਰਿਹਾ ਨਾ ਮੌਸਮ, ਤੇ ਮਹਾਰਾਜ ਜੀ ਦਾ ਨਾ ਸ਼ਬਦ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਸੱਚੇ ਪਾਤਸ਼ਾਹ ਜੀ ਦਾ, ਬੜਾ ਕਮਾਲ ਦਾ। ਉਹ ਕਹਿੰਦੇ ਨੇ ਸਗਨ ਬਾਸ ਕੂਲੇ ਇੱਕ ਰਹੇ ਸੂਕ ਕਠੂਲੇ, ਬਸੰਤ ਰੁੱਤ ਆਈ ਪ੍ਰਫੁੱਲਤਾ ਰਹੇ। ਇਸ ਸ਼ਬਦ ਦੇ ਵਿੱਚ ਇਸ ਵਾਰੀ ਪਹਿਲੀ ਵਾਰੀ ਇੱਕ ਗੱਲ ਨੇ ਅੰਦਰ ਟੁੰਬਿਆ ਵੀ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਨਾ ਇੱਕ ਵਰਡ ਯੂਜ਼ ਕੀਤਾ ਹੈ, ਸਗਨ ਬਾਸ ਕੂਲੇ। ਕੂਲੇ ਦਾ ਮਤਲਬ ਹੁੰਦਾ ਕੂਲਾ, ਸੌਫਟ ਹੋਣਾ ਜੀ। ਸਾਰੀ ਬਨਸਪਤੀ ਜਿਹੜੀ ਹੈ ਉਹ ਨਾ, ਉਹਦੇ ਵਿੱਚੋਂ ਜਿਹੜੀਆਂ ਕਰੂੰਬਲਾਂ ਨਿਕਲਣੀਆਂ ਨਾ, ਉਹਦੇ ਕਰਕੇ ਬੜੀ ਕੋਮਲ ਹੋ ਗਈ, ਸੌਫਟ ਹੋ ਗਈ। ਉਹਦੇ 'ਚ ਇੱਕ ਨੁਕਤਾ ਹੈ ਰਿਸ਼ੀ ਜੀ, ਜਦੋਂ ਮਾਂ ਗਰਭਵਤੀ ਹੁੰਦੀ ਹੈ
ਜਦੋਂ ਆਪਾਂ ਦੇਖਿਆ ਪਿੰਡਾਂ ਦੇ ਵਿੱਚ ਵੀ ਆਪਾਂ ਜ਼ਿਮੀਂਦਾਰਾਂ ਦੇ ਬੱਚਿਆਂ ਵੀ ਡੰਗਰ ਸਾਡੇ ਮੱਝਾਂ ਜਾਂ ਗਾਵਾਂ ਗਰਭਵਤੀ ਹੁੰਦੀਆਂ ਨੇ ਜਾਂ ਜਿਹੜੇ ਵੀ ਜੀਵ ਗਰਭ ਧਾਰਨ ਕਰਦੇ ਨੇ ਉਹ ਕੋਮਲ ਹੋ ਜਾਂਦੇ ਨੇ ਜੀ, ਬਿਲਕੁਲ ਸੌਫਟ। ਤੁਸੀਂ ਕਦੀ ਉਹਨਾਂ ਨੂੰ ਟੱਚ ਕਰਕੇ ਵੀ ਦੇਖਿਓ, ਬਿਲਕੁਲ ਸੌਫਟ। ਜਦੋਂ ਦਰਖਤਾਂ ਦੇ ਅੰਦਰ ਨਵੇਂ ਕੋਪਲਾਂ ਫੁੱਟਦੀਆਂ ਨੇ ਉਦੋਂ ਦਰਖਤ ਦੀ ਉਹ ਜਗ੍ਹਾ ਬਿਲਕੁਲ ਕੋਮਲ ਹੁੰਦੀ ਹੈ। ਸਹੀ, ਬਿਲਕੁਲ ਬਿਲਕੁਲ ਕੋਮਲ। ਤੇ ਜਿਸ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਫੁੱਟੇਗਾ ਤੁਸੀਂ ਆਪ ਅੰਦਾਜ਼ਾ ਲਾ ਲਓ ਸੁੱਕ ਠੂਲਾ ਹੋਏਗਾ ਵੀ ਉਹਦੇ ਅੰਦਰ ਉਹ ਤਰਲਤਾ ਹੋਏਗੀ ਉਹਦੇ ਅੰਦਰ ਉਹ ਕੋਮਲਤਾ ਹੋਏਗੀ। ਜੇ ਅੰਦਰ ਫਿਰ ਤਾਂ ਹੀ ਮਹਾਰਾਜ ਕਹਿੰਦੇ ਨੇ ਇੱਕ ਰਹੇ ਸੂਕ ਖਟੂਲੇ ਵੀ ਇੱਕ ਤੇ ਹੈ ਹੀ ਸੁੱਕੇ ਸੜੇ ਨੇ, ਜਿਹੜੇ ਸੁੱਕੇ ਸੜੇ ਨੇ ਉਹ ਕੋਮਲਤਾ ਨੂੰ ਬਰਦਾਸ਼ਤ ਨਹੀਂ ਕਰਨਗੇ। ਤੇ ਜੇ ਕੋਮਲਤਾ ਨੂੰ ਬਰਦਾਸ਼ਤ ਨਹੀਂ ਹੋਏਗਾ ਉਹਦੇ ਵਿੱਚੋਂ ਕੋਈ ਨਵਾਂ ਕੁਝ ਫੁੱਟਦਾ ਨਹੀਂ ਹੁੰਦਾ। ਤੇ ਇਸ ਕਰਕੇ ਉਹ ਕੋਮਲਤਾ ਉਹ ਸਹਿਜਤਾ ਆਉਣੀ ਹਿਰਦਿਆਂ 'ਚ ਲਾਜ਼ਮੀ। ਉੱਥੇ ਅਹੰਗ ਛੱਡਣਾ, ਮਾਇਆਧਾਰੀ ਅਹੰਗ ਨਹੀਂ ਛੱਡਦਾ। ਜਿਹਦੇ ਪਿੱਛੇ ਇੱਕ ਤਾਂ ਕਮੇਟੀ ਸਿਸਟਮ ਜਿਹੜਾ ਉਹ ਗੁਰਮਤ ਦੇ ਬਿਲਕੁਲ ਅਨੁਕੂਲ ਹੈ ਹੀ ਨਹੀਂ, ਇਹ ਬਿਲਕੁਲ ਅਗੇਂਸਟ ਆ। ਜਿਹੜਾ ਕਮੇਟੀ ਸਿਸਟਮ ਹੈ ਨਾ ਇਹ ਗੁਰਮਤ ਦਾ ਨਹੀਂ ਹੈਗਾ। ਗੁਰਮਤ 'ਚ 5 ਪ੍ਰਧਾਨੀ, 5 ਪਿਆਰਿਆਂ ਦੀ ਪ੍ਰਧਾਨਤਾ ਤੇ ਗੁਰੂ ਸਾਹਿਬ ਜੀ ਦੀ। ਉਹਨਾਂ ਦੇ ਵਿੱਚ ਤੇ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਗੁਰੂ ਕੌਣ ਆ, ਸ਼ਬਦ ਕੌਣ ਆ, ਸ਼ਬਦ ਦਾ ਅਨੁਭਵ ਕੀ ਹੁੰਦਾ ਹੈ। ਅਸੀਂ ਜਿਹੜੇ ਇਹ ਕਮਾਈ ਵਾਲੇ ਜੀ ਨੇ ਇਹਨਾਂ ਦੀ ਪਹਿਚਾਣ ਕੀ ਹੈ ਪਤਾ ਹੀ ਨਹੀਂ। ਤਾਂ ਜਿਹੜੀ ਚੀਜ਼ ਦਾ ਪਤਾ ਨਹੀਂ ਉਹਦੇ ਵਿੱਚ ਐਵੇਂ ਦੀਆਂ ਬਗਾਵਤ ਪੈਦਾ ਹੋਣੀ, ਐਵੇਂ ਦੀ ਊਣਤਾਈ ਆਉਣੀ, ਐਵੇਂ ਦੀਆਂ ਕਮਜ਼ੋਰੀਆਂ ਆਉਣੀਆਂ ਸੁਭਾਵਿਕ ਜੀਆਂ ਹੁੰਦੀਆਂ। ਉਹਨਾਂ ਨੂੰ ਜੇ ਅਸੀਂ ਦੂਰ ਕਰਨਾ ਚਾਹੁੰਦੇ ਹਾਂ ਤੇ ਸਾਡੇ ਅੰਦਰ ਪਹਿਲਾਂ ਉਹ ਕੋਮਲਤਾ ਹੋਣੀ ਚਾਹੀਦੀ ਹੈ ਜਿਹੜੀ ਬਸੰਤ ਰੁੱਤ ਦੇ ਵਿੱਚ ਆਉਂਦੀ ਹੈ। ਔਰ ਇਹ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਬਸੰਤ ਕੀ ਹੈ? ਸੰਗਤ। ਬਿਲਕੁਲ ਠੀਕ ਹੈ। ਵੀ ਜਿਹੜਾ ਬੰਦਾ ਤੁਸੀਂ ਬਹੁਤੇ ਪ੍ਰਬੰਧਕਾਂ ਨੂੰ ਕਦੀ ਦੇਖ ਲਿਆ ਜੇ ਮਸਕੀਨ ਜੀ, ਕੋਈ ਤੁਹਾਨੂੰ ਉੱਥੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਨਹੀਂ ਮਿਲੂਗਾ, ਨਾ ਕਥਾ ਸੁਣਦਾ ਨਾ ਕੀਰਤਨ ਸੁਣਦਾ। ਬਹੁਤ ਘੱਟ। ਮੈਂ ਬਹੁਤ ਵਾਰੀ ਇਹ ਐਕਸਪੀਰੀਅੰਸ ਕਰ ਚੁੱਕਾ ਵੀ ਉੱਥੇ ਹੁੰਦਾ ਹੀ ਨਹੀਂ। ਤੇ ਜਿਹਨੂੰ ਉਸ ਵਾਤਾਵਰਨ ਦੇ ਵਿੱਚ ਬਹਿਣ ਦੀ ਇਜਾਜ਼ਤ ਉਹਦਾ ਮਨ ਨਹੀਂ ਦੇ ਰਿਹਾ ਉਹ ਕਿਵੇਂ ਜੱਜ ਕਰ ਲੂਗਾ ਵੀ ਕਿਸੇ ਦੇ ਅੰਦਰ ਅਧਿਆਤਮਿਕ ਗੁਣ ਹੈਗੇ ਨੇ ਜਾਂ ਰੱਬੀ ਗੁਣ ਹੈਗੇ ਨੇ ਜਾਂ ਉਹਦੇ ਅੰਦਰ ਜਿਹੜੀ ਕੀਰਤਨ ਦੀ ਕੋਈ ਵਣਗੀ ਪਈ ਹੋਈ ਹੈ ਜਾਂ ਕਥਾ ਦਾ ਕੋਈ ਸੂਖਮ ਤੱਤ ਮੌਜੂਦ ਆ, ਉਹ ਕਿਵੇਂ ਪਹਿਚਾਣ ਲਏਗਾ? ਪਰ ਇਹ ਸਾਡੀ ਇਸ ਤਰਾਸਦੀ 'ਚੋਂ ਬਾਹਰ ਆਉਣਾ ਹੈ, ਇਹ ਸਾਡੀ ਸਾਰਿਆਂ ਦੀ ਰਿਸਪੋਂਸੀਬਿਲਿਟੀ ਬਣਦੀ ਹੈ। ਬਹੁਤੇ ਰੂਪ 'ਚ ਮੈਂ ਸਮਝਦਾ ਵੀ ਸੰਗਤ ਦੀ ਬਣਦੀ ਹੈ। ਉਹਦੇ ਵਿੱਚ ਜਿਹੜੇ ਬਹੁਤ ਪਿਆਰ ਵਾਲੇ ਲੋਕ ਨੇ ਉਹ ਸਾਡੇ ਵੱਡਿਆਂ ਤੱਕ ਅਸੀਂ ਜੇ ਚਲੋ ਪ੍ਰਬੰਧ ਬਣਿਆ ਹੀ ਹੈ, ਕੁਦਰਤੀ ਬਣ ਗਿਆ, ਜਿਵੇਂ ਵੀ ਬਣ ਗਿਆ ਉਹ ਵੱਖਰੀ ਚੀਜ਼ ਆ, ਪਰ ਉੱਥੋਂ ਤੱਕ ਪਹੁੰਚ ਕਰਨ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰੀਏ। ਸਾਡੇ ਇੱਕ ਬੜੀ ਆ ਵੇਖਣ 'ਚ ਗੱਲ ਆ ਵੀ ਅਸੀਂ ਗੁਰਦੁਆਰਾ ਸਾਹਿਬ ਨੂੰ ਨਾ ਜ਼ਿਆਦਾਤਰ ਲੋਕਾਂ ਦੇ ਅਕੋਰਡਿੰਗ ਚਲਾਉਣ ਦੀ ਕੋਸ਼ਿਸ਼ 'ਚ ਆ। ਸਹੀ ਵੀ ਜਿਵੇਂ ਦੁਨੀਆ ਚਾਹ ਰਹੀ ਹੈ। ਮੈਨੂੰ ਕਈ ਵਾਰੀ ਗੱਲ ਹੁੰਦੀ ਹੈ ਵਡੇਰਿਆਂ ਦੇ ਨਾਲ, ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਗੁਰਦੁਆਰਾ ਗੁਰੂ ਦੇ ਅਕੋਰਡਿੰਗ ਚੱਲਦਾ ਹੈ, ਬੰਦੇ ਦੀ ਸਟ੍ਰੈਟਜੀ ਅਕੋਰਡਿੰਗ ਨਹੀਂ। ਬਿਲਕੁਲ ਠੀਕ ਹੈ। ਵੀ ਉੱਥੇ ਤੁਸੀਂ ਇਹ ਵੇਖਣਾ ਹੈ ਵੀ ਗੁਰਮਤ ਉਹਦੀ ਇਜਾਜ਼ਤ ਦੇ ਰਹੀ ਹੈ, ਗੁਰੂ ਦਾ ਸਿਧਾਂਤ ਉਹਦੀ ਇਜਾਜ਼ਤ ਦੇ ਰਿਹਾ, ਸਾਡੀ ਰਹਿਤ ਮਰਿਆਦਾ ਉਹਦੀ ਇਜਾਜ਼ਤ ਦੇ ਰਹੀ ਉਸ ਚੀਜ਼ ਦੀ। ਤੇ ਜੇ ਉਹ ਦੇ ਰਹੀ ਹੈ ਫਿਰ ਠੀਕ ਆ। ਜੇ ਅਸੀਂ ਇਹ ਸੋਚਦੇ ਹਾਂ ਵੀ ਨਹੀਂ ਇਹਦੇ 'ਚ ਜਿਹੜੇ ਲੋਕ ਆਉਣ ਵਾਲੇ ਨੇ ਅਸੀਂ ਉਹਨਾਂ ਦਾ ਧਿਆਨ ਰੱਖਣਾ ਹੈ, ਤਾਂ ਦੈਟ ਮੀਨਸ ਵੀ ਉਹ ਕੋਈ ਬਿਜ਼ਨਸ ਅਸੀਂ ਰਨ ਕਰ ਰਹੇ ਹਾਂ, ਹੈ ਨਾ। ਤਾਂ ਬਿਜ਼ਨਸ ਵਾਲੀ ਬਿਰਤੀ ਤੋਂ ਉੱਤੇ ਉੱਠ ਕੇ ਅਧਿਆਤਮਿਕ ਚੇਤਨਾ ਦੇ ਵਿੱਚ ਗੁਰੂ ਪਿਆਰ ਦੇ ਵਿੱਚ ਰੰਗੀਚਣ ਦੀ ਜਿਹੜੀ ਸਾਡੀ ਲੋੜ ਆ ਉੱਧਰ ਆਪਾਂ ਧਿਆਨ ਦਈਏ। ਇਹ ਸਾਨੂੰ ਫਿਰ ਕਹਿਣ ਦੀ ਲੋੜ ਨਹੀਂ, ਸਾਨੂੰ ਕਦੀ ਐਵੇਂ ਦਾ ਪ੍ਰੋਗਰਾਮ ਕਰਨ ਦੀ ਵੀ ਲੋੜ ਨਹੀਂ ਵੀ ਆਪਾਂ ਭੱਜ ਕਿਉਂ ਜਾਂਦੇ ਨੇ ਜਾਂ ਉਹਨਾਂ ਦੇ ਅੰਦਰ ਉਨੀ ਉਦਾਸੀਨਤਾ ਕਿਉਂ ਆਉਂਦੀ ਹੈ ਜਾਂ ਉਹ ਬੱਚਿਆਂ ਆਪਣਿਆਂ ਨੂੰ ਵੀ ਉਸ ਫੀਲਡ 'ਚ ਕਿਉਂ ਨਹੀਂ ਲਿਆਉਂਦੇ, ਉਹਨਾਂ ਦੇ ਅੰਦਰ ਵੀ ਅਧਿਆਤਮਿਕ ਜਾਗ ਕਿਉਂ ਨਹੀਂ ਲੱਗਦੀ, ਹੈ ਨਾ। ਤੇ ਜਾਂ ਪ੍ਰਬੰਧਕ ਵੀ ਐਵੇਂ ਕਿਉਂ ਸੋਚਦੇ ਨੇ ਵੀ ਅਸੀਂ ਜਦੋਂ ਇਹ ਇੱਥੇ ਹੋ ਜਾਣ ਵੀ ਚਲੋ ਇਹ ਤੋਂ ਬਾਅਦ ਤੁਸੀਂ ਜਾਓ ਅਸੀਂ ਕਿਸੇ ਹੋਰ ਨੂੰ, ਵੀ ਇਹਨੂੰ ਬਿਜ਼ਨਸ ਵਾਂਗੂ ਨਾ ਵੇਖੀਏ। ਇਹ ਬੜਾ ਸੂਖਮ ਜਿਹਾ ਵੇ ਆ ਔਰ ਇਹ ਸਾਡਾ ਇਸ ਧਰਤੀ ਦੇ ਉੱਤੇ ਤੇ ਉਹਦੇ ਦਰਬਾਰ ਦੇ ਵਿੱਚ ਇੰਨੇ ਹੀ ਸਹਾਈ ਹੋਣਾ ਇਸੇ ਚੀਜ਼ ਨੇ। ਮੈਨੂੰ ਕਿਸੇ ਬਜ਼ੁਰਗ ਦੇ ਨਾਲ ਗੱਲ ਹੀ ਹੋਣ ਦੀ ਸੀ, ਉਹ ਕਹਿੰਦੇ ਵੀ ਵੈਸੇ ਨਾ ਰਾਗੀ ਢਾਡੀਆਂ ਨੂੰ ਆ ਜਿਹੜੇ ਪ੍ਰਚਾਰਕ ਨੇ ਨਾ ਇਹਨਾਂ ਨੂੰ ਪ੍ਰਬੰਧਕਾਂ ਤੇ ਕੇਸ ਕਰਨੇ ਚਾਹੀਦੇ ਨੇ ਵੀ ਕਈ ਵਾਰੀ ਇਹਨਾਂ ਨੂੰ ਯੂਜ਼ ਕਰਦੇ ਨੇ। ਮੈਂ ਉਹਨਾਂ ਨੂੰ ਕਿਹਾ, ਮੈਂ ਵੀ ਉਹ ਪਹਿਲਾਂ ਹੀ ਇੱਕ ਦੂਸਰੇ ਸੱਜਣ ਕੋਲੋਂ ਬੋਲੇ, ਉਹ ਕਹਿੰਦੇ ਨੇ ਵੀ ਇਹ ਪਹਿਲਾਂ ਹੀ ਨਾ ਵਕੀਲਾਂ ਵਕੂਲਾਂ ਨਾਲ ਸਾਰੀ ਸਲਾਹ ਕਰਕੇ ਕੰਮ ਕਰਦੇ ਨੇ ਵੀ ਇਹਨਾਂ ਨੂੰ ਵੀ ਪਤਾ ਵੀ ਐਵੇਂ ਹੋ ਸਕਦਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਵੇਖੋ ਚਲੋ ਆਪੋ ਆਪਣੀ ਸੂਝ ਸਮਝ ਆ, ਮੈਂ ਸੋਚਦਾ ਵੀ ਜਿਹੜਾ ਅੰਦਰ ਬੈਠਾ ਨਾ ਸਾਡਾ ਬਾਬਾ, ਸਹੀ ਉਹੀ ਵੱਡਾ ਵਕੀਲ ਤੇ ਉਹੀ ਜੱਜ ਹੈ ਇਸ ਦੁਨੀਆ ਦਾ ਵੀ ਤੇ ਉਸ ਦੁਨੀਆ ਦਾ ਵੀ। ਜੇ ਸਾਨੂੰ ਕੀ ਸ਼ੱਕ ਹੈ ਜੇ ਸਾਡਾ ਉਹਦੇ ਤੇ ਯਕੀਨ ਨਹੀਂ ਬਣਿਆ ਫਿਰ ਸਾਡੇ ਦੁਨਿਆਵੀ ਜੱਜ ਜਾਂ ਵਕੀਲ ਕੁਝ ਨਹੀਂ ਸਵਾਰ ਸਕਦੇ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਬਹੁਤ ਕਮਾਲ ਦੀਆਂ ਗੱਲਾਂ ਅੱਜ ਹੋਈਆਂ ਨੇ। ਮੈਨੂੰ ਕਾਫੀ ਫੀਡਬੈਕ ਮਿਲਿਆ ਹੈ, ਸਾਡੇ ਸੁਣਨ ਵਾਲਿਆਂ ਨੇ ਕਾਫੀ ਸਾਰੇ ਮੈਸੇਜਿਸ ਭੇਜੇ ਨੇ ਅੱਜ ਦੀ ਇਸ ਗੱਲਬਾਤ ਲਈ। ਤੁਹਾਡਾ ਬਹੁਤ ਬਹੁਤ ਧੰਨਵਾਦ।
ਸ਼ੁਕਰੀਆ ਤੁਹਾਡਾ ਰਿਸ਼ੀ ਬਹੁਤ ਜੀ, ਬਹੁਤ ਸ਼ੁਕਰੀਆ। ਸ਼ੁਕਰੀਆ ਤੁਸੀਂ ਸਾਦੇ ਹੋ, ਇੱਥੇ ਬੈਠ ਕੇ ਆਪਾਂ ਗੱਲਾਂ ਕਰਦੇ ਹਾਂ। ਔਰ ਜਿਹੜੇ ਪਿਆਰ ਵਾਲੇ ਗੁਰੂ ਸਾਹਿਬ ਜੀ ਦੇ ਪ੍ਰੇਮ ਰੱਖਦੇ ਨੇ ਆਪਣੇ ਹਿਰਦਿਆਂ ਦੇ ਵਿੱਚ, ਉਵੇਂ ਦਾ ਸਾਨੂੰ ਠੀਕ ਕਰਨਾ ਚਾਹੁੰਦੇ ਨੇ, ਹੈ ਨਾ। ਅਤੇ ਉਹ ਸਾਰੇ ਅੱਗੇ ਆ ਕੇ ਆਪਾਂ ਸਾਰੇ ਰਲ ਕੇ ਇਹਦਾ ਯਤਨ ਕਰੀਏ, ਤਾਂ ਕਿ ਹਰ ਜਗ੍ਹਾ ਦੇ ਉੱਤੇ ਗੁਰੂ ਦੇ ਜਿਹੜਾ ਸ਼ਬਦ ਦਾ ਖੁਸ਼ਬੂ ਹੈ ਨਾ, ਉਹ ਖਿਲਰ ਸਕੇ, ਨਾ। ਹਿਰਦੇ ਜਿਹੜੇ ਨੇ ਉਵੇਂ ਦੇ ਹੋਣ, ਨਾ ਕਿ ਉਹਨਾਂ ਦੇ ਵਿੱਚ ਸੁੱਕ ਕਠੋਲਤਾ ਬਣੀ ਰਹੇ। ਅਤੇ ਅਸੀਂ ਇਹਦੇ ਇੱਕ ਹਿਸਾਬ ਦਾ ਫਿਰ ਅਸੀਂ ਆਪਣਾ ਟਾਈਮ ਵੇਸਟ ਹੀ ਕਰ ਰਹੇ ਜੇ ਅਸੀਂ ਐਵੇਂ ਕਰਦੇ ਹਾਂ। ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ, ਨਾ ਇੱਥੇ ਨਾ ਬਾਬੇ ਦੇ ਦਰਬਾਰ 'ਚ। ਗੁਰੂ ਨਾਨਕ 'ਤੇ ਯਕੀਨ ਉਵੇਂ ਦਾ ਹੋਵੇ ਜਿਵੇਂ ਭਾਈ ਮਰਦਾਨਾ ਜੀ। ਐਸੀ ਦਾਤ ਮਹਾਰਾਜ ਝੋਲੀ 'ਚ ਪਾਉਣ। ਭੁੱਲ ਚੁੱਕ ਦੀ ਖਿਮਾ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰਿਸ਼ੀ ਜੀ ਤੁਹਾਡਾ ਵੀ ਸ਼ੁਕਰੀਆ, ਤੁਹਾਡੀ ਟੀਮ ਦਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।